खबर पड़ताल देख रहे हो ਤੁਸੀਂ ਮੈਂ ਤੁਹਾਡੇ ਨਾਲ ਸੁਖਵੀਰ ਸਮੇਤ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸੁਰਿੰਦਰ ਟੱਲਾ ਜੀ। ਹਾਲ ਹੀ 'ਚ ਬੀਜੇਪੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜੋ ਕਿ ਸ਼ਾਇਦ ਬੀਜੇਪੀ ਤੋਂ ਬਰਦਾਸ਼ਤ ਨਹੀਂ ਹੋ ਰਹੀ ਹੈ ਤੇ ਦੀਦੀ ਦੀ ਜਿੱਤ ਤੋਂ ਬਾਅਦ ਕਈ ਸਵਾਲ ਖੜੇ ਹੁੰਦੇ ਨੇ ਕਿ ਕਿਹੋ ਜਿਹੇ ਫੈਕਟਰਸ ਕਿਹੜੇ-ਕਿਹੜੇ ਫੈਕਟਰਸ ਉਹ ਰਹੇ ਜਿਹੜੇ ਕਿ ਇੰਨੇ ਟੱਕਰ ਦੇ ਮੁਕਾਬਲੇ 'ਚ ਵੀ ਬੀਜੇਪੀ ਜੋ ਕਿ ਬਹੁਤ ਵੱਡੀ ਪਾਰਟੀ ਇਸ ਟਾਈਮ ਪੂਰੇ ਹਿੰਦੁਸਤਾਨ ਦੀ ਉਹਨੂੰ ਹਰਾਉਣ 'ਚ ਕਾਮਯਾਬ ਰਹੇ। ਇਸੇ ਬਾਰੇ ਅੱਜ ਗੱਲ ਕਰਾਂਗੇ ਸੁਰਿੰਦਰ ਜੀ ਦੇ ਨਾਲ। ਤੇ ਸੁਰਿੰਦਰ ਜੀ, ਸਭ ਤੋਂ ਪਹਿਲਾਂ ਅਗਰ ਸਰਸਰੀ ਨਜ਼ਰ ਮਾਰੀ ਜਾਏ ਤੇ ਇਹ ਪੁਆਇੰਟ ਸਾਹਮਣੇ ਆਉਂਦਾ ਹੈ ਕਿ ਜਿੱਥੇ ਵੀ ਆਪੋਜੀਸ਼ਨ ਕੋਲ ਕੋਈ ਵੱਡਾ ਚਿਹਰਾ ਹੁੰਦਾ ਹੈ ਉੱਥੇ ਬੀਜੇਪੀ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਦੇ 'ਚ ਆਪਾਂ ਦਿੱਲੀ ਦਾ ਐਗਜ਼ਾਮਪਲ ਲੈ ਲਈਏ ਜਿੱਥੇ ਕੇਜਰੀਵਾਲ ਨੇ ਬੀਜੇਪੀ ਨੂੰ ਹਰਾਇਆ ਸੀ, ਤੇ ਹੁਣ ਤਾਜ਼ਾ ਐਗਜ਼ਾਮਪਲ ਬੰਗਾਲ ਦਾ ਹੈ। ਤੇ ਤੁਸੀਂ ਇਹਦੇ ਨਾਲ ਕਿੰਨਾ ਕੁ ਇਤਫਾਕ ਰੱਖਦੇ ਹੋ? ਨਹੀਂ, ਬਿਲਕੁਲ ਤੁਸੀਂ ਬਹੁਤ ਵੈਲਿਡ ਪੁਆਇੰਟ ਹੈ ਜਿਹੜਾ ਉਹਨੂੰ ਖੜਾ ਕੀਤਾ। ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਨਰਿੰਦਰ ਮੋਦੀ ਨੂੰ ਇੱਕ ਵਾਰ ਨਹੀਂ 2 ਵਾਰ ਹਰਾਤਾ। 2 ਵਾਰ ਅਰਵਿੰਦ ਕੇਜਰੀਵਾਲ ਬੀਜੇਪੀ ਦੀ ਜਦੋਂ ਸਰਕਾਰ ਸੀ ਸੈਂਟਰ 'ਚ ਉਸ ਵੇਲੇ ਜਿੱਤੇ ਨੇ, ਔਰ ਮਮਤਾ ਬਨਰਜੀ ਨੇ ਇਸ ਵਾਰ ਹਰਾ ਦਿੱਤਾ। ਮਮਤਾ ਬਨਰਜੀ ਵੀ ਹਾਲਾਂਕਿ ਤੀਸਰੀ ਟਰਮ ਹੈ ਉਹਨਾਂ ਦੀ, ਪਰ ਭਾਜਪਾ ਦੇ ਨਾਲ ਮੁਕਾਬਲਾ ਨਰਿੰਦਰ ਮੋਦੀ ਦੀ ਇਸ ਸਰਕਾਰ ਦੇ ਨਾਲ ਸਿੱਧਾ ਮੁਕਾਬਲਾ ਮਮਤਾ ਬਨਰਜੀ ਦਾ ਪਹਿਲੀ ਵਾਰ ਸੀ ਔਰ ਬੀਜੇਪੀ ਨੂੰ ਹਰਾਤਾ। ਪਿਛਲੀ ਵਾਰੀ ਤਾਂ ਬੀਜੇਪੀ ਦੀਆਂ 3 ਸੀਟਾਂ। ਔਰ ਗੱਲ ਤੁਹਾਡੀ ਬਿਲਕੁਲ ਮੈਨੂੰ ਲੱਗਦਾ ਹੈ ਤਕਨੀਕੀ ਤੌਰ ਤੇ ਬਿਲਕੁਲ ਸਹੀ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਔਰ ਬੀਜੇਪੀ ਦੇ ਅੱਗੇ ਜਦੋਂ ਕੋਈ ਵੱਡਾ ਲੀਡਰ ਸਾਹਮਣੇ ਆਇਆ ਤੇ ਬੀਜੇਪੀ ਨੂੰ ਹਾਰ ਮਿਲੀ ਹੈ। ਮੈਂ ਕਰਨਾਟਕਾ ਵੀ ਜੋੜ ਲਾਂ, ਉੱਥੇ ਸਟਾਲਿਨ ਨੇ, ਕਰੁਣਾਨਿਧੀ ਦੇ ਪੁੱਤਰ ਨੇ ਸਟਾਲਿਨ ਨੇ ਉਸ ਗਠਬੰਧਨ ਨੂੰ ਹਰਾਤਾ ਜਿਹਦੇ ਵਿੱਚ ਬੀਜੇਪੀ ਸੀ। ਔਰ ਸਾਨੂੰ ਇਹ ਵੀ ਪਤਾ ਹੈ ਰਾਜਸਥਾਨ 'ਚ ਅਸ਼ੋਕ ਗਹਿਲੋਤ ਸੀ, ਉੱਥੇ ਵੀ ਨਰਿੰਦਰ ਮੋਦੀ ਹੋਣੀ ਇੱਕ ਚਿਹਰੇ ਦੇ ਤੌਰ ਤੇ ਗਏ ਸੀ। ਹਾਲਾਂਕਿ ਉੱਥੇ ਵਸੁੰਧਰਾ ਰਾਜੇ ਸੀ, ਪਰ ਵਸੁੰਧਰਾ ਰਾਜੇ ਦੇ ਚਿਹਰੇ ਦੀ ਬਜਾਏ ਵਸੁੰਧਰਾ ਰਾਜੇ ਨੂੰ ਉਸ ਤਰੀਕੇ ਨਾਲ ਖੁੱਲ ਕੇ ਅੱਗੇ ਨਹੀਂ ਸੀ ਰੱਖਿਆ ਗਿਆ। ਪ੍ਰਧਾਨ ਮੰਤਰੀ ਸਾਹਿਬ ਦੇ ਚਿਹਰੇ ਨੂੰ ਰਾਜਸਥਾਨ 'ਚ ਅੱਗੇ ਲੈ ਕੇ ਗਈ ਸੀ ਬੀਜੇਪੀ, ਔਰ ਉੱਥੇ ਵੀ ਅਸ਼ੋਕ ਗਹਿਲੋਤ, ਸਚਿਨ ਪਾਇਲਟ, ਇਹਨਾਂ ਨੇ ਬਹੁਤ ਮਿਹਨਤ ਕੀਤੀ ਸੀ। ਇਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਹਰਾਤਾ। ਔਰ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਔਰ ਬੀਜੇਪੀ ਨੂੰ ਇਹਦਾ ਮਤਲਬ ਹੈ ਇਹ ਸੋਚਣਾ ਪਊਗਾ ਕਿ ਜਿੱਥੇ ਬੀਜੇਪੀ ਦਾ ਮੁਕਾਬਲਾ ਕਿਰਦਾਰਾਂ ਦੇ ਨਾਲ ਹੈ, ਜਿੱਥੇ ਬੀਜੇਪੀ ਦਾ ਮੁਕਾਬਲਾ ਕਾਂਗਰਸ ਨਾਲ ਨਹੀਂ, ਕਾਂਗਰਸ ਦੀਆਂ ਤਾਂ ਸਥਿਤੀਆਂ ਬਹੁਤ ਖਰਾਬ ਨੇ ਮੁਲਕ 'ਚ। ਸਟਾਲਿਨ ਦੇ ਬੇਟੇ ਕਰਕੇ, ਸਟਾਲਿਨ ਕਰਕੇ ਕਰਨਾਟਕਾ ਦੇ ਵਿੱਚ ਸਰਕਾਰ ਬਣਾ ਗਈ ਨਾਲ ਸਾਂਝੇ ਤੌਰ ਤੇ ਕਾਂਗਰਸ। ਅਸਾਮ 'ਚ ਵੀ ਪਿੱਛੇ ਰਹਿ ਗਈ, ਬੀਜੇਪੀ ਇਕੱਲੀ ਬਣਾ ਗਈ ਉੱਥੇ। ਤੁਸੀਂ ਦੇਖੋ ਸਫਾਇਆ ਹੋ ਗਿਆ ਕਾਂਗਰਸ ਦਾ ਪੱਛਮੀ ਬੰਗਾਲ 'ਚ। 2 ਸੀਟਾਂ ਨੇ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ, ਹੋ ਸਕਦਾ ਕੋਈ ਵੱਧ ਵੀ ਹੋਈ ਹੋਵੇ। ਕਾਂਗਰਸ ਕਿੱਥੇ ਪਹੁੰਚ ਗਈ? ਉਹਦਾ ਕਾਰਨ ਇਹੀ ਹੈ, ਕਾਂਗਰਸ ਨੇ ਕਿਰਦਾਰਾਂ ਨੂੰ ਵਿਕਸਿਤ ਨਹੀਂ ਕੀਤਾ। ਔਰ ਮਮਤਾ ਬਨਰਜੀ ਕਿੱਥੋਂ ਆਏ ਨੇ? ਕਾਂਗਰਸ 'ਚੋਂ ਆਏ ਨੇ। ਕਿਰਦਾਰ ਸੀ ਮਮਤਾ ਬਨਰਜੀ। ਨਿਤਿਸ਼ ਕੁਮਾਰ ਦੀ ਜਦੋਂ ਸਰਕਾਰ ਸੀ ਸੰਯੁਕਤ ਮੋਰਚੇ ਵਾਲੀ, ਉਸ ਤੋਂ ਬਾਅਦ ਜਿਹੜੀ ਸਰਕਾਰ ਆਈ ਦੇਸ਼ 'ਚ ਕਾਂਗਰਸ ਦੀ, ਉਹਦੇ 'ਚ ਮਮਤਾ ਬਨਰਜੀ ਰੇਲ ਮੰਤਰੀ ਸੀ। ਮਮਤਾ ਬਨਰਜੀ ਨੇ ਛੱਡਤੀ ਕਾਂਗਰਸ ਉਸ ਵੇਲੇ ਔਰ ਆਪਣੀ ਪਾਰਟੀ ਬਣਾਈ। ਔਰ ਹੁਣ ਤੁਸੀਂ ਦੇਖੋ ਤੀਜੀ ਵਾਰੀ ਨਰਿੰਦਰ ਮੋਦੀ ਉਹਨਾਂ ਨੂੰ ਹਰਾਤਾ, ਪ੍ਰਧਾਨ ਮੰਤਰੀ ਨੂੰ ਹਰਾਤਾ। ਕੋਈ ਵੱਡੀ ਗੱਲ ਨਹੀਂ ਕਿ 2024 'ਚ ਮਮਤਾ ਬਨਰਜੀ ਵੀ ਇੱਕ ਦਾਅਵੇਦਾਰ ਹੋਵੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਦੇ ਤੌਰ ਤੇ। ਹਾਲਾਂਕਿ ਮੈਨੂੰ ਇਹ ਲੱਗਦਾ ਕਿ ਕਾਂਗਰਸ ਪ੍ਰਿੰਕਾ ਗਾਂਧੀ ਨੂੰ ਹੁਣ ਤਿਆਰ ਕਰੂਗੀ ਪ੍ਰਧਾਨ ਮੰਤਰੀ ਦੇ ਤੌਰ ਤੇ। ਮੈਨੂੰ ਲੱਗਦਾ ਅਗਰ ਰਾਹੁਲ ਗਾਂਧੀ ਲਗਾਤਾਰ ਫਲॉप ਰਹੇ ਤੇ ਫਿਰ ਪ੍ਰਿੰਕਾ ਗਾਂਧੀ ਤੇ ਅਗਲੀਆਂ ਚੋਣਾਂ 'ਚ ਕਾਂਗਰਸ ਦਾ ਖੇਲ ਸਕਦੀ ਹੈ, ਉਹ ਵੱਖਰਾ ਵਿਸ਼ਾ ਹੈ। ਪਰ ਇਹ ਸਵਾਲ ਬਿਲਕੁਲ ਦਰੁਸਤ ਹੈ ਕਿ ਨਰਿੰਦਰ ਮੋਦੀ ਉਹਨਾਂ ਨੂੰ ਜਿੱਥੇ ਚੁਣੌਤੀ ਮਿਲੀ ਹੈ ਕਿਰਦਾਰ ਦੀ, ਉੱਥੇ ਭਾਰਤੀ ਜਨਤਾ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਔਰ ਮੈਂ ਪੰਜਾਬ ਦਾ ਵੀ ਰੈਫਰੈਂਸ ਦੇ ਦਾਂ। ਦੇਖੋ ਪੰਜਾਬ 'ਚ ਭਾਵੇਂ ਹੁਣ ਅਕਾਲੀ ਵੱਖਰੇ ਨੇ, ਪਰ ਅਕਾਲੀ ਬੀਜੇਪੀ ਗਠਬੰਧਨ ਸੀ ਔਰ ਇਸ ਵਾਰ ਬੀਜੇਪੀ ਨੇ ਆਪਣੇ ਦਮ ਤੇ ਪੰਜਾਬ 'ਚ ਚੋਣਾਂ ਲੜਨੀਆਂ ਨੇ। ਬੀਜੇਪੀ 117 ਸੀਟ ਲੜੂਗੀ। ਹੋ ਸਕਦਾ ਬੀਜੇਪੀ ਕਿਸੇ ਨਾਲ ਗਠਬੰਧਨ ਕਰ ਲੇ, ਉਹ ਵੱਖਰੀ ਗੱਲ ਹੈ। ਪਰ ਪੰਜਾਬ 'ਚ ਵੀ ਇੱਕ ਕਿਰਦਾਰ ਹੈ ਨਵਜੋਤ ਸਿੰਘ ਸਿੱਧੂ। ਕਾਂਗਰਸ ਵੱਖਰੀ ਰੱਖ ਰਿਹਾ, ਮੈਂ ਕਾਂਗਰਸ ਨੂੰ ਵੱਖਰਾ ਰੱਖ ਰਿਹਾ। ਕੈਪਟਨ ਅਮਰਿੰਦਰ ਵੀ ਕਿਰਦਾਰ ਹੈ, ਪਰ ਜੇ ਬੀਜੇਪੀ ਨਾਲ ਜਾਂ ਨਰਿੰਦਰ ਮੋਦੀ ਨਾਲ ਸਿੱਧਾ ਟਾਕਰਾ ਹੋਵੇ ਤੇ ਕੈਪਟਨ ਅਮਰਿੰਦਰ ਜਾਂ ਕਾਂਗਰਸ ਅੱਜ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਪੋਲੀਟੀਕਲ ਜਿਹੜੇ ਹਮਲੇ ਨੇ ਉਹਨਾਂ ਦਾ ਜਵਾਬ ਦੇ ਸਕਣ। ਹਾਂ, ਨਵਜੋਤ ਸਿੰਘ ਸਿੱਧੂ ਇੱਕ ਅਜਿਹਾ ਕਿਰਦਾਰ ਹੈ ਜਿਹਦੇ ਬਾਰੇ ਲੋਕ ਸੋਚ ਰਹੇ ਨੇ ਕਿ ਹੁਣ ਇਹਨੂੰ ਮੌਕਾ ਦੇਣਾ ਚਾਹੀਦਾ। ਸੋ ਸਿੱਧੂ ਦੀ ਵੀ ਹਵਾ ਵਗ ਰਹੀ ਹੈ ਜਿਵੇਂ ਕੇਜਰੀਵਾਲ ਦੀ ਹਵਾ ਵਗਦੀ ਸੀ ਦਿੱਲੀ 'ਚ। ਕੇਜਰੀਵਾਲ ਦਾ ਝੱਖੜ ਸੀ, ਸਿੱਧੂ ਦਾ ਵੀ ਝੱਖੜ ਹੈ, ਮਮਤਾ ਬਨਰਜੀ ਦਾ ਵੀ ਝੱਖੜ ਸੀ, ਕਿਉਂਕਿ ਤਾਂ ਹੀ ਪ੍ਰਧਾਨ ਮੰਤਰੀ ਨਹੀਂ ਨਾਲ ਪੈਕੇਜ ਸੀ 1+1 ਦਾ। ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਅਮਿਤ ਸ਼ਾਹ ਵੀ ਸੀ। ਮੈਂ ਤਾਂ ਕਹੂੰਗਾ 1+2 ਦਾ ਪੈਕੇਜ ਸੀ। ਨਾਲ ਬੀਜੇਪੀ ਦੇ ਪ੍ਰਧਾਨ JP ਨੱਡਾ ਵੀ ਸੀ। ਮੈਂ ਤਾਂ ਕਹੂੰਗਾ ਬੀਜੇਪੀ ਨੇ ਅਨਲਿਮਿਟਿਡ ਪੈਕੇਜ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਗ੍ਰਹਿ ਮੰਤਰੀ ਸਾਹਿਬ ਵੀ, ਨੱਡਾ ਸਾਹਿਬ ਵੀ, ਬੀਜੇਪੀ ਪ੍ਰਧਾਨ ਵੀ ਔਰ ਬਹੁਤ ਸਾਰੇ ਮੰਤਰੀ ਵੀ, ਮੰਤਰੀ ਬੀਜੇਪੀ ਦੇ ਜਿਹੜੇ ਨੇ ਉਹ ਪੱਛਮੀ ਬੰਗਾਲ 'ਚ ਗਏ ਸੀ। ਸੋ ਮਮਤਾ ਬਨਰਜੀ ਦੀ ਇਸ ਨੇ ਸਾਬਤ ਕਰਤਾ ਕਿ ਅਗਰ ਕਿਰਦਾਰ ਨਾਲ, ਇਮਾਨਦਾਰੀ ਨਾਲ ਅਗਰ ਸਿਆਸੀ ਮੁਕਾਬਲਾ ਕੀਤਾ ਜਾਵੇ ਅਸੂਲਾਂ ਤੇ ਰਹਿ ਕੇ, ਤੇ ਫਿਰ ਬੀਜੇਪੀ ਨੂੰ ਹਰਾਇਆ ਜਾ
ਸਕਦਾ ਹੈ, ਪਰ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਇੱਕ ਕਿਰਦਾਰ ਮੈਨੂੰ ਦਿਖਦਾ ਜਿਹੜਾ ਟਾਕਰਾ ਲੈ ਸਕਦਾ ਹੈ, ਕਿਉਂਕਿ ਕਰਤਾਰਪੁਰ ਸਾਹਿਬ ਜਦੋਂ ਲਾਂਘਾ ਖੁੱਲਿਆ ਸੁਖਬੀਰ ਜੀ ਜੱਫੀ ਪਾ ਕੇ ਆਇਆ ਨਵਜੋਤ ਸਿੰਘ ਸਿੱਧੂ ਬਾਜਵੇ ਨੂੰ, ਫੌਜ ਮੁਖੀ ਨੂੰ, ਤੇ ਸਿੱਧੂ ਨੇ ਸੱਚ ਕਹਿਤਾ ਕਿ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਾਬਾ ਜੀ ਦਾ ਲਾਂਘਾ ਖੋਲਣਾ ਕਰਤਾਰਪੁਰ ਸਾਹਿਬ ਦਾ, ਤੇ ਮੈਂ ਜੱਫੀ ਪਾ ਲਈ, ਤੇ ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਬੀਜੇਪੀ ਦੇ ਲੀਡਰ ਸਿੱਧੂ ਨੂੰ ਗਦਾਰ ਕਹਿਣ ਲੱਗ ਗਏ ਸੀ। ਸਿੱਧੂ ਦਾ ਰੁਜ਼ਗਾਰ ਖਤਮ ਕਰਤਾ। ਦਿੱਲੀ 'ਚ ਮੁੰਬਈ 'ਚ ਇੱਕ ਟੈਲੀਵਿਜ਼ਨ ਦੇ ਪ੍ਰੋਗਰਾਮ 'ਚ ਆਉਂਦਾ ਸੀ ਨਵਜੋਤ ਸਿੰਘ ਸਿੱਧੂ, ਉੱਥੇ ਵਿਰੋਧ ਸ਼ੁਰੂ ਹੋ ਗਿਆ। ਸਿੱਧੂ ਦਾ ਰੁਜ਼ਗਾਰ ਉਸ ਪ੍ਰੋਗਰਾਮ ਦੇ ਜ਼ਰੀਏ ਖਤਮ ਹੋ ਗਿਆ, ਪਰ ਸਿੱਧੂ ਸੱਚ ਤੇ ਖੜਾ ਰਿਹਾ, ਔਰ ਮਮਤਾ ਬੈਨਰਜੀ ਵੀ ਸੱਚ ਲਈ ਖੜੀ ਰਹੀ ਹੈ। ਕੇਜਰੀਵਾਲ ਵੀ ਦੇਖੋ, ਕੇਜਰੀਵਾਲ ਹੈ ਤਾਂ ਸੱਚਾ ਨਾ, ਕੇਜਰੀਵਾਲ ਹੈ ਤਾਂ ਇਮਾਨਦਾਰ ਹੈ ਨਾ। ਕੋਵਿਡ 'ਚ ਫੇਲ ਹੋ ਗਿਆ ਕੇਜਰੀਵਾਲ, ਉਹ ਗੱਲ ਵੱਖਰੀ ਹੈ, ਪਰ ਕੇਜਰੀਵਾਲ ਦੀ ਇਮਾਨਦਾਰੀ ਤੇ ਉਹਦੀ ਸੱਚਾਈ ਤੇ ਸਵਾਲ ਨਹੀਂ ਖੜਾ ਕੀਤਾ ਜਾ ਸਕਦਾ। ਇਮਾਨਦਾਰ ਹੈ ਕੇਜਰੀਵਾਲ, ਬਹੁਤ ਸਾਰੇ ਕੰਮ ਚੰਗੇ ਵੀ ਕੀਤੇ ਕੇਜਰੀਵਾਲ ਨੇ। ਕੋਵਿਡ ਨੂੰ ਜਿੱਤ ਨਹੀਂ ਸਕਿਆ ਕੇਜਰੀਵਾਲ, ਇੱਥੇ ਥੋੜੀ ਜਿਹੀ ਉਹਨੂੰ ਮਿਹਨਤ ਕਰਨ ਦੀ ਲੋੜ ਸੀਗੀ, ਕਰਨੀ ਚਾਹੀਦੀ ਹੈ ਹੁਣ ਵੀ। ਹੁਣ ਇੱਥੇ ਸਿੱਧੂ ਦੀ ਵੀ ਉਹੀ ਸਥਿਤੀ ਹੈ, ਇਮਾਨਦਾਰ ਹੈ, ਕੋਈ ਕਰਪਸ਼ਨ ਦਾ ਦਾਗ ਨਹੀਂ। ਬੀਜੇਪੀ ਅਟੈਕ ਕਰਦੀ ਹੈ, ਮਮਤਾ ਬੈਨਰਜੀ ਨੂੰ ਵੀ ਕਰਪਸ਼ਨ ਦੇ ਐਲੀਗੇਸ਼ਨ 'ਚ ਲੈ ਕੇ ਆਏ, ਹਾਂਜੀ, ਮਮਤਾ ਬੈਨਰਜੀ ਨੂੰ ਵੀ, ਪਰ ਉਹਦੀ ਕਾਟ ਹੈ ਨਹੀਂ, ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਉਹ ਕਰਪਟ ਨਹੀਂ। ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਹੈ। ਨਵਜੋਤ ਸਿੰਘ ਸਿੱਧੂ ਤੇ ਬੀਜੇਪੀ ਕੀ ਕਹੂਗੀ? ਕਿੰਨੀ ਵਾਰ ਦਾ ਐਮਪੀ ਬੀਜੇਪੀ 'ਚੋਂ ਰਿਹਾ ਨਵਜੋਤ ਸਿੰਘ ਸਿੱਧੂ? ਇਹਦਾ ਮਤਲਬ ਅਗਰ ਨਵਜੋਤ ਸਿੰਘ ਸਿੱਧੂ ਇੰਨਾ ਗਲਤ ਹੈ ਤੇ ਤੁਸੀਂ ਇੱਕ ਗਲਤ ਬੰਦੇ ਨੂੰ ਇੰਨੀ ਵਾਰੀ ਐਮਪੀ ਬਣਾਤਾ। ਐਗਜ਼ੈਕਟਲੀ, ਵਾਜਪਾਈ ਸਾਹਿਬ ਨੇ ਇੱਕ ਗਲਤ ਬੰਦੇ ਨੂੰ ਅੱਗੇ ਲਿਆਂਦਾ ਜੀ। ਇਸ ਕਰਕੇ ਬੀਜੇਪੀ, ਹੁਣ ਦੇਖੋ ਸਿੱਧੂ ਉਹ ਕਿਰਦਾਰ ਹੈ ਕਿ ਇਸ ਵਕਤ ਸਿਆਸਤ 'ਚ ਪੰਜਾਬ 'ਚ ਸਿੱਧੂ ਦਾ ਮਾਹੌਲ ਹੈ। ਸੋ ਮੈਨੂੰ ਲੱਗਦਾ ਅਗਰ ਸਿੱਧੂ ਦੇ ਉੱਤੇ, ਸਿੱਧੂ ਨੂੰ ਅੱਗੇ ਕਰਕੇ ਕਾਂਗਰਸ ਚੋਣਾਂ 'ਚ ਜਾਊਗੀ ਤੇ ਫਿਰ ਪੰਜਾਬ ਭਾਵੇਂ ਬੀਜੇਪੀ ਹੈ, ਭਾਵੇਂ ਅਕਾਲੀ ਦਲ ਹੈ, ਤੇ ਭਾਵੇਂ ਕਾਂਗਰਸ ਹੈ, ਜਾਂ ਕੋਈ ਦੂਜਾ ਤੀਜਾ ਦਲ ਹੈ, ਜਾਂ ਆਮ ਆਦਮੀ ਪਾਰਟੀ ਵੀ ਹੈ, ਤੇ ਫਿਰ ਇਸ ਵਾਰ ਸਿੱਧੂ ਹੈ ਜਿਹੜਾ, ਉਹਨੂੰ ਮੈਂ ਸਭ ਤੋਂ ਅੱਗੇ ਰੱਖਦਾ। ਮੈਂ ਤਾਂ ਇਹ ਕਹੂੰਗਾ ਕਿ ਪੰਜਾਬ ਦੀ ਮਮਤਾ ਬੈਨਰਜੀ ਹੈ ਸਿੱਧੂ ਅੱਜ ਦੇ ਸਮੇਂ ਜੀ। ਤੇ ਸਿੱਧੂ ਦੀ ਵੇਵ, ਤੁਸੀਂ ਕਿਹਾ ਕਿ ਸਿੱਧੂ ਦੀ ਵੇਵ ਚੱਲ ਰਹੀ ਹੈ, ਜਿੱਦਾਂ ਮੋਦੀ ਦੀ ਵੇਵ ਸੀਗੀ ਉਦਾਂ ਹੀ ਮਮਤਾ ਦੀ ਵੇਵ ਸੀਗੀ, ਤੇ ਹੁਣ ਪੰਜਾਬ 'ਚ ਸਿੱਧੂ ਦੀ ਵੇਵ ਹੈ। ਨਾਲ ਜਿੱਦਾਂ ਤੁਸੀਂ ਦੱਸਿਆ ਕਿ ਬਹੁਤ ਇਮਾਨਦਾਰ ਨੇ, ਔਰ ਬੀਜੇਪੀ ਕੋ ਉਹਦੀ ਕਾਟ ਨਹੀਂ ਹੈਗੀ, ਕਿਉਂਕਿ ਬਹੁਤ ਵਾਰੀ ਬੀਜੇਪੀ ਤੋਂ ਐਮਪੀ ਰਹਿ ਚੁੱਕੇ ਨੇ। ਲੇਕਿਨ ਤੁਸੀਂ ਪਰਸਨਲੀ ਤੁਹਾਡੇ ਤੋਂ ਜਾਣਨਾ ਚਾਹਾਂਗੀ, ਜਿੱਦਾਂ ਮਮਤਾ ਬੈਨਰਜੀ ਨੇ ਬੰਗਾਲ 'ਚ ਜਿੱਤ ਹਾਸਿਲ ਕੀਤੀ ਹੈ, ਉਹਨਾਂ 'ਚ ਜਿਹੜੇ ਫੈਕਟਰਸ ਨੇ, ਕਿਉਂਕਿ ਅਨਡਾਊਟਡਲੀ ਮਮਤਾ ਬੈਨਰਜੀ ਬਹੁਤ ਵਾਰੀ ਸੀਐਮ ਰਹਿ ਚੁੱਕੀ ਹੈ ਬੰਗਾਲ ਦੀ, ਔਰ ਉਹਨਾਂ 'ਚ ਜਿਹੜੇ ਫੈਕਟਰਸ ਨੇ, ਕੀ ਤੁਸੀਂ ਉਦਾਂ ਦੇ ਫੈਕਟਰਸ ਸਿੱਧੂ 'ਚ ਵੀ ਦੇਖਦੇ ਹੋ? ਦੇਖੋ, ਦੋ ਗੱਲਾਂ ਨੇ। ਮਮਤਾ ਬੈਨਰਜੀ ਨੇ ਮੁਕਾਬਲਾ ਕਿਸ ਰੂਪ 'ਚ ਕੀਤਾ, ਪਹਿਲਾਂ ਮੈਂ ਉਹ ਦੱਸਣਾ। ਮਮਤਾ ਬੈਨਰਜੀ ਨੇ ਕਿਵੇਂ ਮੁਕਾਬਲਾ ਕੀਤਾ? ਬੀਜੇਪੀ ਦੀ ਇੱਕ ਨੀਤੀ ਹੈ, ਬੀਜੇਪੀ 'ਚ ਤੁਸੀਂ ਪੂਰੀ ਬੀਜੇਪੀ ਨੂੰ ਦੇਖ ਲਓ ਨਾ, ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਬੀਜੇਪੀ, ਪਰ ਦੁਨੀਆ ਦੀ ਇਸ ਸਭ ਤੋਂ ਵੱਡੀ ਪਾਰਟੀ 'ਚ ਕਾਂਗਰਸੀ ਬਹੁਤ ਵੱਡੀ ਗਿਣਤੀ 'ਚ ਨੇ। ਦੇਸ਼ 'ਚ ਬਹੁਤ ਵੱਡੇ ਵੱਡੇ ਕਾਂਗਰਸੀ ਨੇ ਜਿਹੜੇ ਚੋਣਾਂ ਦੇ ਨੇੜੇ ਬੀਜੇਪੀ 'ਚ ਸ਼ਾਮਲ ਹੋ ਜਾਂਦੇ ਨੇ। ਇਹ ਬੀਜੇਪੀ ਦੀ ਰਣਨੀਤੀ ਹੈ ਕਿ ਚੋਣਾਂ ਤੋਂ ਪਹਿਲਾਂ ਮਜ਼ਬੂਤ ਪਾਰਟੀ ਦੇ ਉਮੀਦਵਾਰਾਂ ਨੂੰ ਆਪਣੇ 'ਚ ਮਿਲਾਇਆ ਜਾਵੇ, ਜਾਂ ਉਹਨਾਂ ਨੂੰ ਸੱਦਾ ਮਾਰਿਆ ਜਾਵੇ, ਜਾਂ ਉਹਨਾਂ ਨੂੰ ਵੈਲਕਮ ਕੀਤਾ ਜਾਵੇ। ਟੁੱਟਣ ਵਾਲੇ ਲੋਕ ਆਪ ਹੀ ਆ ਜਾਂਦੇ ਨੇ। ਹੁਣ ਮਮਤਾ ਬੈਨਰਜੀ ਦੇ ਨਾਲ ਵੀ ਬੀਜੇਪੀ ਨੇ ਇਹ ਕੀਤਾ ਕਿ ਟੀਐਮਸੀ ਦੇ ਬਹੁਤ ਸਾਰੇ ਲੀਡਰ ਉਹਨਾਂ ਨੇ ਬੀਜੇਪੀ 'ਚ ਲਿਆਂਦੇ। ਉਹਦੇ ਨਾਲ ਕੀ ਹੋਇਆ? ਪਾਰਲੀਮੈਂਟ 'ਚ ਜਿਹੜੀ ਬੀਜੇਪੀ ਦੀਆਂ ਸੀਟਾਂ 100 ਤੋਂ ਵੱਧ ਸੀ, 120-21 ਦੇ ਕਰੀਬ ਸੀ, ਅਸੈਂਬਲੀ ਦੇ ਵਿੱਚ ਉਹ 100 ਤੋਂ ਵੀ ਘਟ ਗਈਆਂ। ਉਹਦੇ ਵਿੱਚ ਕਾਰਨ ਕੀ ਰਹੇ? ਇੱਕ ਤਾਂ ਇਹ ਕਾਰਨ ਰਹੇ ਕਿ ਬੀਜੇਪੀ ਨੇ ਰੱਜ ਕੇ ਨਿੰਦਿਆ ਟੀਐਮਸੀ ਨੂੰ, ਕਰਪਟ ਪਾਰਟੀ ਕਿਹਾ, ਹਿੰਸਾ ਲਈ ਜ਼ਿੰਮੇਦਾਰ ਠਹਿਰਾਇਆ। ਇਹ ਕਿਹਾ ਕਿ ਟੀਐਮਸੀ ਕਰਕੇ ਪੱਛਮੀ ਬੰਗਾਲ ਦੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਗਏ, ਜਿਹੜਾ 6-6 ਹਜ਼ਾਰ ਭਾਰਤ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਕਿਉਂਕਿ ਬੀਬੀ ਮਮਤਾ ਬੈਨਰਜੀ ਅੜ ਗਈ, ਸਟੈਂਡ ਲੈ ਗਈ। ਉਹ ਕਹਿੰਦੇ ਜਿਹੜਾ ਪੈਸਾ ਪਾਇਆ ਜਾਂਦਾ ਕਿਸਾਨਾਂ ਦੇ ਖਾਤੇ 'ਚ, ਉਹਦਾ ਕ੍ਰੈਡਿਟ ਸਿਰਫ ਪ੍ਰਧਾਨ ਮੰਤਰੀ ਨੂੰ ਕਿਉਂ ਮਿਲੇ, ਕਿ ਪ੍ਰਧਾਨ ਮੰਤਰੀ ਸਾਹਿਬ ਪੈਸਾ ਪਾ ਰਹੇ ਨੇ, ਜਦ ਕਿ ਉਹ ਦੇਸ਼ ਦੇ ਟੈਕਸਾਂ ਦਾ ਪੈਸਾ ਹੈ। ਵੀ ਜੇ ਪ੍ਰਧਾਨ ਮੰਤਰੀ ਸਾਹਿਬ ਦੇ ਇਕੱਲੇ ਕਹਿਣ ਨਾਲ ਪੈਸਾ ਪਾਉਣਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਖਾਤਿਆਂ 'ਚ ਪੈਸੇ ਦੇ ਰਹੇ ਨੇ, ਤੇ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਯੋਜਨਾ 'ਚ ਪਾਓ। ਵੀ ਜਿੱਥੇ ਜਿੱਥੇ ਫੋਟੋਆਂ ਲੱਗਣੀਆਂ ਨੇ ਸੂਬੇ 'ਚ, ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਉਸ ਯੋਜਨਾ 'ਚ ਸੂਬੇ ਦੇ ਮੁੱਖ ਮੰਤਰੀ ਦੀ ਫੋਟੋ ਵੀ ਲਾਓ। ਜਿਵੇਂ ਪੰਜਾਬ 'ਚ ਵੀ ਪ੍ਰਕਾਸ਼ ਸਿੰਘ ਬਾਦਲ ਨੀਲੇ ਕਾਰਡ ਤੇ ਆਪਣੀ ਵੀ ਫੋਟੋ ਲਾਉਂਦੇ ਸੀ ਜੀ, ਇਹ ਨਹੀਂ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਦੀਆਂ ਜਿਹੜੀਆਂ ਯੋਜਨਾਵਾਂ ਨੇ, ਉਹ ਹਰ ਸੂਬੇ 'ਚ ਸੂਬੇ ਦੇ ਮੁੱਖ ਮੰਤਰੀ ਨੂੰ ਉਹ 'ਚ ਨਾਲ ਲਾਉਣਾ ਚਾਹੀਦਾ। ਮੈਂ ਤਾਂ ਇੱਥੋਂ ਤੱਕ ਕਹੂੰਗਾ, ਕੋਈ ਵੀ ਯੋਜਨਾ ਜਿਹੜੀ ਹੈ ਉਹ ਇਕੱਲੇ ਪ੍ਰਧਾਨ ਮੰਤਰੀ ਦੇ ਨਾਂ ਤੇ ਨਹੀਂ ਹੋਣੀ ਚਾਹੀਦੀ ਕਿਸੇ ਵੀ, ਤਾਂ ਕਿ ਉਹਦਾ ਪੋਲੀਟੀਕਲ ਫਾਇਦਾ ਨਾ ਚੱਕਿਆ ਜਾ ਸਕੇ। ਉਹ ਇਸ ਕਰਕੇ ਕੋਈ ਵੀ ਯੋਜਨਾ ਹੈ, ਪ੍ਰਧਾਨ ਮੰਤਰੀ ਰੁਜ਼ਗਾਰ ਯੋਜਨਾ ਹੈ, ਅਗਰ ਉਹ 'ਚ ਕੋਈ ਪੋਸਟਰ ਹੈ, ਉਹ ਪੰਜਾਬ 'ਚ ਕੰਪੇਨ ਹੋਣੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਫੋਟੋ ਆ ਜੇ, ਹਰਿਆਣੇ 'ਚ ਹੋਣੀ ਹੈ, ਹਰਿਆਣੇ ਦੇ ਮੁੱਖ ਮੰਤਰੀ ਦੀ ਫੋਟੋ ਨਾਲ ਆ ਜੇ। ਸੋ ਮਮਤਾ ਬੈਨਰਜੀ ਨੇ ਪੈਸੇ ਜਿਹੜੇ ਵੰਡੇ ਜਾਣੇ ਸੀ ਪ੍ਰਧਾਨ ਮੰਤਰੀ ਵੱਲੋਂ 6-6 ਹਜ਼ਾਰ, ਉਹ ਅਕਾਊਂਟ ਨਹੀਂ ਵੈਰੀਫਾਈ ਕੀਤੇ, ਕਿਸਾਨਾਂ ਨੂੰ ਜਾ ਨਹੀਂ ਸਕੇ।
ਤੇ ਇੱਥੋਂ ਤੱਕ ਬੀਜੇਪੀ ਨੇ ਕਿਹਾ ਕਿ ਅਸੀਂ 18,000 ਪਾ ਦਿਆਂਗੇ ਜੇ ਸਾਡੀ ਸਰਕਾਰ ਆ ਗਈ। ਇਹਦਾ ਮਤਲਬ ਹੈ ਕਿ ਕਿਸਾਨਾਂ ਨੇ 18,000 ਰੁਪਏ ਕਰਕੇ ਵੀ ਬੀਜੇਪੀ ਨੂੰ ਵੋਟ ਨਹੀਂ ਪਾਈ। ਉਹਦੇ ਪਿੱਛੇ ਕਿਸਾਨ ਅੰਦੋਲਨ ਦਾ ਫੈਕਟਰ ਆ ਗਿਆ, ਜੀ ਬਿਲਕੁਲ। ਕਿਉਂਕਿ ਕਿਸਾਨ ਅੰਦੋਲਨ ਕਹਿੰਦੇ ਸਾਡੇ ਲਈ ਕਾਨੂੰਨ ਚੰਗੇ ਨਹੀਂ, ਬੀਜੇਪੀ ਕਹਿ ਰਹੀ ਹੈ ਕਾਨੂੰਨ ਚੰਗੇ ਹੈ। ਕਿਸਾਨਾਂ ਨੇ ਵਿਰੋਧ ਕੀਤਾ, ਉੱਥੇ ਜਾ ਕੇ ਪੱਛਮੀ ਬੰਗਾਲ 'ਚ ਪ੍ਰਚਾਰ ਕੀਤਾ। ਪੱਛਮੀ ਬੰਗਾਲ 'ਚ ਸਾਨੂੰ ਪਤਾ ਹੈ ਚਾਹ ਦੇ ਕਿੱਡੇ ਬਾਗ ਨੇ, ਔਰ ਅੱਜ ਕੱਲ ਤਾਂ ਗ੍ਰੀਨ ਟੀ ਐਦਾਂ ਦੇ ਬੜੇ ਰਿਵਾਜ ਨੇ, ਉਹ ਸਾਰੀ ਚੰਗੀ ਹੁੰਦੀ, ਕਹਿੰਦੇ ਮੈਂ ਵੀ ਪੀ ਲੈਣਾ ਜਦੋਂ ਡਾਕਟਰ ਕਹਿੰਦੇ। ਭਾਵ ਕਿ ਬਹੁਤ ਵੱਡੀ ਕਿਸਾਨੀ ਹੈ ਪੱਛਮੀ ਬੰਗਾਲ ਦੇ ਵਿੱਚ ਵੀ। ਜੀ ਬਿਲਕੁਲ। ਐਗਰੀਕਲਚਰ ਵੈਸਟ ਬੰਗਾਲ 'ਚ ਬਹੁਤ ਜ਼ਿਆਦਾ ਹੈ, ਔਰ ਕਿਸਾਨਾਂ ਨੇ ਬੀਜੇਪੀ ਨੂੰ ਵੋਟ ਨਹੀਂ ਪਾਈ, ਇਹ ਵੀ ਇੱਕ ਫੈਕਟਰ ਹੈ। ਅਗਰ ਕਿਸਾਨਾਂ ਨੇ ਬੀਜੇਪੀ ਨੂੰ ਵੋਟ ਪਾਈ ਹੁੰਦੀ ਤੇ ਬੀਜੇਪੀ ਘੱਟੋ ਘੱਟ 100 ਤੋਂ ਉੱਪਰ ਆਉਂਦੀ, 120 ਤੋਂ ਉੱਪਰ ਆਉਂਦੀ। ਬੀਜੇਪੀ ਪਾਰਲੀਮੈਂਟ ਦੀਆਂ ਸੀਟਾਂ ਵੀ ਨਹੀਂ ਜਿੱਤ ਸਕੀ। 18 ਸੀਟਾਂ ਪਾਰਲੀਮੈਂਟ ਦੀਆਂ ਜਿੱਤੀਆਂ ਸੀ, ਜਿੰਨੀਆਂ ਪਾਰਲੀਮੈਂਟ ਇਲੈਕਸ਼ਨ ਵੇਲੇ ਬੀਜੇਪੀ ਨੇ ਅਸੈਂਬਲੀ ਸੈਗਮੈਂਟ ਜਿੱਤਿਆ ਸੀ 100 ਤੋਂ ਵੱਧ ਸੀ, 119, 20 ਜਾਂ 21, ਉਹ ਵੀ ਨਹੀਂ ਜਿੱਤ ਸਕੀ। ਇਹਦਾ ਮਤਲਬ ਕੀ? ਇਹਦਾ ਮਤਲਬ ਸਾਨੂੰ ਸਮਝਣਾ ਪੈਣਾ ਹੈ ਕਿ ਇਸ ਵਕਤ ਜਿਹੜੀਆਂ ਸਥਿਤੀਆਂ ਨੇ ਉਹਨੂੰ ਮਮਤਾ ਬਨਰਜੀ ਨੇ ਆਪਣੇ ਅਨੁਕੂਲ ਬਣਾਇਆ। ਜਿਹੜੇ ਐਲੀਗੇਸ਼ਨ ਲਾਏ, ਟੀਐਮਸੀ ਦੇ ਲੀਡਰ ਤੋੜ ਕੇ ਬੀਜੇਪੀ ਆਪਣੇ 'ਚ ਲੈ ਗਈ। ਕਿਸਾਨਾਂ ਦੇ ਬਾਰੇ ਕਿਹਾ ਕਿ ਮਮਤਾ ਬਨਰਜੀ ਤੁਹਾਡੇ ਖਾਤਿਆਂ 'ਚ ਪੈਸੇ ਨਹੀਂ ਆਣ ਦੇ ਰਹੀ, ਉਧਰੋਂ ਕਿਸਾਨ ਅੰਦੋਲਨ ਵਾਲੇ ਉੱਥੇ ਚਲੇ ਗਏ। ਫਿਰ ਮਮਤਾ ਬਨਰਜੀ ਨੂੰ ਕਰਪਟ ਕਿਹਾ। ਫਿਰ ਕੁਝ ਬੀਜੇਪੀ ਦੇ ਲੀਡਰਾਂ ਨੇ ਧਾਰਮਿਕ ਜਕਾਰੇ ਛੱਡੇ। ਜਕਾਰਿਆਂ ਦੀ ਸਾਰਿਆਂ ਦੀ ਇੱਜ਼ਤ ਹੈ, ਸਾਰੇ ਜਕਾਰਿਆਂ ਦੀ ਇੱਜ਼ਤ, ਪਰ ਜਕਾਰਿਆਂ ਨੂੰ ਚੋਣਾਂ ਦੇ ਵਿੱਚ ਬਹੁਤ ਸਾਵਧਾਨੀ ਪੂਰਵਕ ਵਰਤਣਾ ਚਾਹੀਦਾ ਹੈ। ਸਿਰਫ ਆਪਣੀ ਸ਼ਰਧਾ ਲਈ ਵਰਤਣਾ ਚਾਹੀਦਾ ਹੈ, ਨਾ ਕਿ ਜਕਾਰੇ ਲਾ ਕੇ ਕਿਸੇ ਤੇ ਸਵਾਲ ਕਰਨਾ ਚਾਹੀਦਾ ਹੈ। ਇਸ ਕਰਕੇ ਧਾਰਮਿਕ ਆਜ਼ਾਦੀ ਹੈ ਸਾਡੇ ਮੁਲਕ 'ਚ, ਸਾਡੀ ਡੈਮੋਕ੍ਰੇਸੀ ਸਾਨੂੰ ਧਾਰਮਿਕ ਆਜ਼ਾਦੀ ਦਿੰਦੀ ਹੈ ਕਿ ਅਸੀਂ ਕਿਹੜਾ ਜਕਾਰਾ ਕਦੋਂ ਲਾਉਣਾ ਹੈ, ਸਾਡੀ ਇੱਛਾ। ਸੋ ਇਹ ਕੀ ਕਰ ਰਹੇ ਆ, ਜਿਹਦੇ ਕਰਕੇ ਮੈਨੂੰ ਲੱਗਦਾ ਹੈ ਮਮਤਾ ਬਨਰਜੀ ਨੇ ਹਰ ਗੱਲ ਦਾ ਜਵਾਬ ਦਿੱਤਾ। ਦੇਖੋ ਮਮਤਾ ਬਨਰਜੀ ਨੇ ਬਹੁਤ ਇਮਾਨਦਾਰੀ ਦੇ ਨਾਲ ਆਪਣਾ ਜਿਹੜਾ ਪੋਲੀਟੀਕਲ ਉਹਨਾਂ ਦੀ ਸੋਚ ਹੈ ਉਹਨੂੰ ਲੋਕਾਂ ਦੇ ਸਾਹਮਣੇ ਉਹ ਲੈ ਕੇ ਆਏ। ਕਈ ਵਾਰੀ ਬਹੁਤ ਸਾਰੇ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਸ਼ਾਇਦ ਮਮਤਾ ਬਨਰਜੀ ਪਛੜ ਗਈ, ਮਮਤਾ ਬਨਰਜੀ ਹਾਰ ਜੂ, ਪਰ ਤੁਸੀਂ ਦੇਖੋ ਜਦੋਂ ਲੋਕਾਂ ਨੇ ਵੋਟਿੰਗ ਮਸ਼ੀਨਾਂ 'ਚੋਂ ਰਿਜ਼ਲਟ ਕੱਢੇ ਤੇ ਸਥਿਤੀਆਂ ਕਿੱਥੇ ਆ ਗਈਆਂ। ਮਮਤਾ ਬਨਰਜੀ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਬੀਜੇਪੀ ਨੂੰ ਉੱਥੇ ਹਰਾਤਾ। ਔਰ ਦੇਖੋ ਮਮਤਾ ਬਨਰਜੀ ਨੇ ਬੀਜੇਪੀ ਨੂੰ ਨਹੀਂ ਹਰਾਇਆ, ਬੀਜੇਪੀ ਨੂੰ ਤਾਂ ਹਰਾਇਆ, ਕਾਂਗਰਸ ਵੀ ਸਾਫ਼ ਕਰਤੀ, ਲੈਫਟ ਵੀ ਸਾਫ਼ ਕਰਤੇ, ਔਰ ਜਿਹੜਾ ਅਨਿਆ ਅਦਰਸ ਇੰਡੀਪੈਂਡੈਂਟਸ ਉਹ ਵੀ ਮੈਨੂੰ ਲੱਗਦਾ ਇੱਕ ਅੱਧੇ ਕੋਈ ਰਹਿ ਗਏ ਹੋਣੇ, ਬਾਕੀ ਤਾਂ ਸਾਰੇ ਉਹਨਾਂ ਨੇ ਕਿਸੇ ਨੂੰ ਜਿੱਤਣ ਹੀ ਨਹੀਂ ਦਿੱਤਾ। ਸੋ ਇਹੋ ਜਿਹਾ ਧਰੁਵੀਕਰਨ ਕੀਤਾ, ਉੱਥੇ ਮਮਤਾ ਬਨਰਜੀ ਦੇ ਹੱਕ 'ਚ ਚਲਾ ਗਿਆ। ਬੀਜੇਪੀ ਨੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ, ਉਹ ਬੀਜੇਪੀ ਦੀ ਰਣਨੀਤੀ ਹੈ, ਲੇਕਿਨ ਬੀਜੇਪੀ ਨੇ ਜਿਹੜੇ ਵੋਟ ਬੈਂਕ ਧਰੁਵੀਕਰਨ ਕਰ ਰਹੀ ਸੀ ਬੀਜੇਪੀ, ਤੇ ਮੈਂ ਕਾਂਗਰਸ ਵਾਲੇ ਜਾਂ ਲੈਫਟ ਵਾਲਿਆਂ ਦੀ ਭਾਵਨਾ ਸਮਝਦਾ। ਬਹੁਤ ਸਾਰੇ ਵੋਟਰ ਸੀ ਜਿਹੜੇ ਲੈਫਟ ਵਾਲੇ ਸੀ, ਕਾਂਗਰਸ ਵਾਲੇ ਸੀ, ਭਾਵੇਂ ਉਹਨਾਂ ਦਾ ਲਗਾਅ ਕਾਂਗਰਸ ਨਾਲ ਹੈ, ਲੈਫਟ ਨਾਲ ਹੈ, ਉਹ ਇਹ ਸੋਚਦੇ ਹੋਣਗੇ ਕਿ ਸਾਡੀ ਸਰਕਾਰ ਨਹੀਂ ਬਣ ਸਕਦੀ ਕਿਉਂਕਿ ਮੁਕਾਬਲਾ ਮਮਤਾ ਬਨਰਜੀ ਔਰ ਬੀਜੇਪੀ 'ਚ ਬਣਿਆ ਹੋਇਆ। ਸੋ ਲੈਫਟ ਵਾਲਿਆਂ ਨੇ ਵੀ ਮਮਤਾ ਨੂੰ ਪਾਤੀ, ਕਾਂਗਰਸ ਵਾਲਿਆਂ ਨੇ ਵੀ ਮਮਤਾ ਬਨਰਜੀ ਨੂੰ ਵੋਟ ਪਾਤੀ। ਸੋ ਆਹ ਸਥਿਤੀਆਂ ਨੇ। ਬੀਜੇਪੀ ਨੂੰ ਇਸੇ ਗੱਲ ਦਾ ਨੁਕਸਾਨ ਹੋ ਗਿਆ ਕਿ ਬੀਜੇਪੀ ਨੇ ਲੜਾਈ ਸਿੱਧੀ ਬਣਾ ਲਈ, ਬੀਜੇਪੀ ਵਰਸਸ ਮਮਤਾ। ਅਗਰ ਬੀਜੇਪੀ ਇਸ ਲੜਾਈ ਨੂੰ ਮਮਤਾ ਬਨਰਜੀ ਵਰਸਸ ਬੀਜੇਪੀ ਵਰਸਸ ਥਰਡ ਫਰੰਟ ਰੱਖਦੀ, ਜਿਹ 'ਚ ਕਾਂਗਰਸ ਤੇ ਲੈਫਟ ਸੀ, ਤੇ ਫਿਰ ਬੀਜੇਪੀ ਨੂੰ ਫਾਇਦਾ ਹੋ ਜਾਣਾ ਸੀ। ਪਰ ਬੀਜੇਪੀ ਨੇ 1 to 1 ਫਾਈਟ ਉੱਥੇ ਬਣਾ ਲਈ, ਜਿਹਦੇ ਕਰਕੇ ਇਹ ਮਾਹੌਲ ਹੈ ਉੱਥੇ ਕਾਫੀ ਜ਼ਿਆਦਾ ਖਰਾਬ ਹੋਇਆ, ਔਰ ਜਿਹਦੇ ਨਾਲ ਮਮਤਾ ਬਨਰਜੀ ਉੱਥੇ ਜਿੱਤ ਗਈ। ਔਰ ਬਹੁਤ ਸ਼ਾਨ ਦੇ ਨਾਲ ਮਮਤਾ ਬਨਰਜੀ ਨੇ ਆਪਣੀ ਸਰਕਾਰ ਬਣਾ ਲਈ। ਹੁਣ ਤਾਂ ਉਹ ਗਵਰਨਰ ਨੂੰ ਵੀ ਮਿਲਿਆ ਹੈ, ਉਹਨਾਂ ਨੇ ਸਹੁੰ ਚੱਕ ਲੈਣੀ ਛੇਤੀ। ਜੀ ਬਿਲਕੁਲ, ਤੇ ਇਹ ਪੂਰੀ ਸਟ੍ਰੈਟਜੀ ਰਹੀ ਵੈਸਟ ਬੰਗਾਲ ਇਲੈਕਸ਼ਨ ਜਿਹੜੇ ਹੈ ਕਿੱਦਾਂ ਮਮਤਾ ਬੈਨਰਜੀ ਨੇ ਜਿੱਤੇ। ਬਹਰਹਾਲ ਵਾਪਸ ਆਵਾਂਗੇ ਸਿੱਧੂ ਤੇ, ਕਿਉਂਕਿ ਗੱਲ ਹੋ ਰਹੀ ਸੀਗੀ ਕਿ ਵੱਡਾ ਚਿਹਰਾ ਚਾਹੀਦਾ ਬੀਜੇਪੀ ਨੂੰ ਹਰਾਉਣ ਵਾਸਤੇ, ਤੇ ਸਿੱਧੂ ਪੰਜਾਬ ਦਾ ਬਹੁਤ ਵੱਡਾ ਚਿਹਰਾ ਨੇ। ਤੁਹਾਨੂੰ ਕੀ ਲੱਗਦਾ ਇਹੋ ਜਿਹੇ 'ਚ ਕਾਂਗਰਸ ਸਮਝਦਾਰੀ ਵਰਤੇਗੀ ਔਰ ਸਿੱਧੂ ਨੂੰ ਸੀਐਮ ਕੈਂਡੀਡੇਟ ਦੇ ਤੌਰ ਤੇ ਪੇਸ਼ ਕਰੇਗੀ? ਦੇਖੋ ਇਹ ਹੁਣ ਕਾਂਗਰਸ ਨੂੰ ਸਮਝਣਾ ਪੈਣਾ ਵੀ ਕਾਂਗਰਸ ਨੇ ਆਪਣੀ ਜ਼ਮੀਨ ਬਚਾਉਣੀ ਹੈ ਜਾਂ ਆਪਣੇ ਆਪ ਨੂੰ ਸਾਫ਼ ਕਰਾਉਣਾ ਹੈ। ਸੋ ਦੇਖੋ ਪੱਛਮੀ ਬੰਗਾਲ 'ਚ ਕਾਂਗਰਸ ਸਾਫ਼ ਹੋ ਗਈ, ਪਿਛਲੀਆਂ ਚੋਣਾਂ 'ਚ ਕਾਂਗਰਸ ਹਾਫ ਹੋ ਗਈ ਸੀ, ਘਟ ਗਈ ਸੀ ਸੀਟਾਂ, ਐਤਕੀ ਜਮਾ ਹੀ ਸਾਫ਼ ਹੋ ਗਈ। ਇਹੀ ਪੋਜੀਸ਼ਨ ਦਿੱਲੀ 'ਚ ਹੈ। ਦਿੱਲੀ 'ਚ ਮੈਨੂੰ ਲੱਗਦਾ ਕਾਂਗਰਸ ਦੇ ਸੁੱਖ ਨਾਲ, ਮੈਨੂੰ ਯਾਦ ਨਹੀਂ, ਮੇਰਾ ਖਿਆਲ 2-3 ਸੀਟਾਂ ਹੀ ਹੋਣਗੀਆਂ ਕਾਂਗਰਸ ਕੋਲ ਜਾਂ 4 ਹੋਣਗੀਆਂ। ਇਸ ਤੋਂ ਪਿਛਲੀ ਵਾਰੀ ਜਦੋਂ ਕੇਜਰੀਵਾਲ ਮੁੱਖ ਮੰਤਰੀ ਸੀ ਉਦੋਂ ਕਾਂਗਰਸ 0 ਸੀ ਜੀ। ਸੋ ਇਸ ਕਰਕੇ ਕਾਂਗਰਸ ਬਹੁਤ ਸਾਰੇ ਸੂਬਿਆਂ ਦੇ ਵਿੱਚ ਸਿਮਟ ਰਹੀ ਹੈ, ਬਹੁਤ ਸਾਰੇ ਸੂਬਿਆਂ 'ਚ ਕਾਂਗਰਸ ਸਿਮਟ ਰਹੀ ਹੈ। ਉਹਦੇ ਵਿੱਚ ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਕਾਂਗਰਸ ਨੇ ਜਿਹੜੇ ਆਪਣੇ ਰੀਜਨਲ ਲੀਡਰਸ ਨੇ, ਜਿਹੜੇ ਖੇਤਰੀ ਲੀਡਰ ਨੇ, ਉਹਨਾਂ ਦੀ ਪਿੱਠ ਤੇ ਹੱਥ ਨਹੀਂ ਰੱਖਿਆ ਜੀ।
ਕਾਂਗਰਸ ਨੇ ਅਗਰ ਮਨਮੁਟਾਵ ਲੀਡਰਾਂ ਦੇ ਵਿੱਚ ਆਏ ਨੇ, ਗੁੱਟਬਾਜ਼ੀ ਆਈ ਹੈ, ਟਕਰਾਅ ਆਇਆ, ਕਾਂਗਰਸ ਉਹਨੂੰ ਨਿਬੇੜ ਨਹੀਂ ਸਕੀ। ਹੁਣ ਤੁਸੀਂ ਦੇਖੋ ਪੰਜਾਬ 'ਚ ਕਾਂਗਰਸ ਦੀ ਹਾਈ ਕਮਾਂਡ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦਾ ਮਸਲਾ ਨਿਬੇੜ ਨਹੀਂ ਸਕੀ। ਹਾਲਾਂਕਿ ਹੁਣ ਇਹ ਗੱਲਾਂ ਆ ਰਹੀਆਂ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਸਿੱਧੂ ਦੀ ਪਿੱਠ ਥਾਪੜ ਰਹੀ ਹੈ ਕਿ ਅਸੀਂ ਭਵਿੱਖ 'ਚ ਤੁਹਾਨੂੰ ਅੱਗੇ ਰੱਖ ਸਕਦੇ ਹਾਂ। ਉਹਦੇ ਪਿੱਛੇ ਕਾਰਨ ਇਹ ਵੀ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿੰਨਾ ਸਮਾਂ ਹੋ ਸਕੇ ਅਸੀਂ ਰੋਕ ਲਈਏ, ਕਿਤੇ ਨਵਜੋਤ ਸਿੰਘ ਸਿੱਧੂ ਆਪ 'ਚ ਨਾ ਚਲਾ ਜਾਵੇ। ਇਹ ਵੀ ਡਰ ਹੋ ਸਕਦਾ ਹਾਈ ਕਮਾਂਡ ਨੂੰ। ਪਰ ਮੈਨੂੰ ਇਹ ਲੱਗਦਾ ਹੈ ਕਿ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਇਹ ਮਹਿਸੂਸ ਕਰਦੇ ਨੇ ਕਿ ਜਿਹੜੀ ਫਿਊਚਰ ਦੀ ਪੋਲਿਟਿਕਸ ਹੈ, ਭਵਿੱਖ ਦੀ ਰਾਜਨੀਤੀ ਹੈ, ਕਿਉਂਕਿ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਦੀ ਉਮਰ ਮੈਨੂੰ ਲੱਗਦਾ 55 ਸਾਲ ਤੋਂ ਉੱਪਰ ਨਹੀਂ ਹੋਣੀ। ਕੈਪਟਨ ਅਮਰਿੰਦਰ ਸਿੰਘ ਦੀ ਉਮਰ 78 ਸਾਲ ਹੈ, ਨਵਜੋਤ ਸਿੰਘ ਸਿੱਧੂ ਦੀ ਉਮਰ 56-57 ਸਾਲ ਹੈ। ਸੋ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ ਔਰ ਨਵਜੋਤ ਸਿੰਘ ਸਿੱਧੂ ਇੱਕ ਤਰੀਕੇ ਨਾਲ ਹਮ ਉਮਰ ਨੇ। ਕੋਈ ਸਾਲ 2 ਸਾਲ ਦਾ 3 ਸਾਲ ਦਾ ਫਰਕ ਹੀ ਹੋਣਾ, ਹਮ ਉਮਰ ਨੇ। ਇਸੇ ਤਰ੍ਹਾਂ ਸੋਨੀਆ ਗਾਂਧੀ ਔਰ ਕੈਪਟਨ ਅਮਰਿੰਦਰ ਸਿੰਘ ਦੀ ਉਮਰ ਵੀ ਲਗਭਗ ਹਮ ਉਮਰ ਹੈ। ਸੋ ਇਸ ਕਰਕੇ, ਕਿਉਂਕਿ ਰਾਜੀਵ ਗਾਂਧੀ ਦੋਸਤ ਸੀਗੇ ਕੈਪਟਨ ਅਮਰਿੰਦਰ ਦੇ, ਔਰ ਸੋਨੀਆ ਗਾਂਧੀ ਔਰ ਰਾਜੀਵ ਗਾਂਧੀ ਦੇ ਨਾਲ ਬਹੁਤ ਪਰਿਵਾਰਕ ਸਾਂਝ ਰਹੀ ਹੈ ਕੈਪਟਨ ਅਮਰਿੰਦਰ ਦੇ ਘਰਾਣੇ ਦੀ। ਇਸ ਕਰਕੇ ਇਸ ਵਕਤ ਸੋਨੀਆ ਗਾਂਧੀ ਵੀ ਕੈਪਟਨ ਅਮਰਿੰਦਰ ਨੂੰ ਖੁੱਲ ਕੇ ਕਿਸੇ ਫੈਸਲੇ ਤੋਂ ਨਹੀਂ ਰੋਕਦੇ। ਪਰ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਲਈ ਇੱਕ ਪਾਰਟੀ ਦਾ ਭਵਿੱਖ ਹੈ ਅੱਗੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਇਸ ਵਾਰ ਜਿਹੜੀਆਂ ਚੋਣਾਂ ਹੋਣਗੀਆਂ 2024 ਦੀਆਂ, 2022 ਦੀਆਂ, ਉਹਦੇ 'ਚ ਜਿਹੜਾ ਡਿਸੀਜਨ ਹੈ ਕਿ ਕਿਹੜਾ ਸਾਡਾ ਚਿਹਰਾ ਹੋਣਾ ਚਾਹੀਦਾ ਹੈ, ਕਿਹਦੀ ਅਗਵਾਈ 'ਚ ਅਸੀਂ ਚੋਣ ਲੜਨੀ ਹੈ, ਕਿਉਂਕਿ ਇਸ ਵਾਰ ਕੈਪਟਨ ਅਮਰਿੰਦਰ ਨੂੰ ਫ੍ਰੀ ਹੈਂਡ ਦੇ ਰੱਖਿਆ ਕਾਂਗਰਸ ਨੇ। ਪਰ ਮੈਨੂੰ ਲੱਗਦਾ ਜਿਹੜੀ ਅਗਲੀ 5 ਸਾਲ ਦੀ ਪੋਲਿਟਿਕਸ ਹੈ ਉਹ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਆਪਸ 'ਚ ਤੈਅ ਕਰਨਗੇ। ਕਿਉਂਕਿ ਮੈਨੂੰ ਇੱਥੋਂ ਤੱਕ ਵੀ ਲੱਗਦਾ ਕਿ 2024 ਦੀ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਨਾਲ ਪ੍ਰਿੰਕਾ ਗਾਂਧੀ ਨੂੰ ਵੀ ਬਰਾਬਰ ਦੀ ਭੂਮਿਕਾ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰੂਗੀ ਕਾਂਗਰਸ। ਜਿਵੇਂ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਦੀ ਜੋੜੀ ਹੈ, ਜਿਵੇਂ ਮੋਦੀ ਔਰ ਸ਼ਾਹ ਦੀ ਜੋੜੀ ਹੈ, ਉਸੇ ਤਰ੍ਹਾਂ ਰਾਹੁਲ ਔਰ ਪ੍ਰਿੰਕਾ ਦੀ ਜੋੜੀ ਬਣਾਉਣ ਦੀ ਕੋਸ਼ਿਸ਼ ਕਰੂਗੀ ਕਾਂਗਰਸ। ਔਰ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਰਾਜਨੀਤਿਕਾਰ ਨੇ, ਜਿਹੜੇ ਆਲ ਇੰਡੀਆ ਕਾਂਗਰਸ ਕਮੇਟੀ ਨਾਲ ਵੀ ਜੁੜੇ ਰਹਿੰਦੇ ਨੇ, ਔਰ ਬਹੁਤ ਸਾਰੇ ਸੀਨੀਅਰ ਜਰਨਲਿਸਟ, ਕਿਉਂਕਿ ਮੈਂ ਦਿੱਲੀ ਬਹੁਤ ਸਮਾਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਵਿੱਚ ਵੀ ਰਿਪੋਰਟਿੰਗ ਕੀਤੀ ਹੈ। ਜਦੋਂ ਮੈਂ ਦਿੱਲੀ ਦੇ ਵਿੱਚ ਰਿਪੋਰਟਿੰਗ ਕਰਦਾ ਰਿਹਾ, ਬਹੁਤ ਪੁਰਾਣੇ ਸਮੇਂ ਦੀ ਗੱਲ ਹੋ ਗਈ, ਹੁਣ ਤਾਂ 2011, 12, 13 ਉਹਨਾਂ ਸਮਿਆਂ ਦੀ ਗੱਲ ਹੋ ਗਈ। ਪਰ ਹਜੇ ਵੀ ਬਹੁਤ ਸਾਰੇ ਉੱਥੋਂ ਦੇ ਪੋਲੀਟੀਕਲ ਲੀਡਰ ਨੇ, ਜਰਨਲਿਸਟ ਨੇ ਜਿਹੜੇ ਮੇਰੇ ਸੰਪਰਕ 'ਚ ਨੇ। ਮੈਂ ਲਗਾਤਾਰ ਉਹਨਾਂ ਨਾਲ ਗਾਹੇ ਬਗਾਹੇ ਗੱਲ ਕਰਦਾ ਰਹਿਣਾ। ਸੋ ਕਾਂਗਰਸ ਦੇ ਵਿੱਚ ਇਸ ਵਕਤ ਅੰਦਰ ਕੀ ਚੱਲ ਰਿਹਾ, ਕਾਂਗਰਸ ਇਸ ਰਣਨੀਤੀ ਤੇ ਕੰਮ ਕਰ ਰਹੀ ਹੈ ਕਿ ਅਸੀਂ 24 ਲਈ ਰਾਹੁਲ ਔਰ ਪ੍ਰਿੰਕਾ ਦੀ ਜੋੜੀ ਨੂੰ ਬਰਾਬਰ ਤੌਰ ਦੇ ਉੱਤੇ ਅਸੀਂ ਇੱਕ ਕੈਂਪੇਨ 'ਚ ਲੈ ਕੇ ਆਉਣਾ ਤਾਂ ਕਿ ਮੁਕਾਬਲਾ ਹੋਵੇ ਮੋਦੀ ਔਰ ਅਮਿਤ ਸ਼ਾਹ ਦਾ। ਸੋ ਅਗਰ ਕਾਂਗਰਸ ਉਸ ਰਣਨੀਤੀ ਤੇ ਵੀ ਵਿਚਾਰ ਕਰ ਰਹੀ ਹੈ ਤੇ ਇਹ ਦੋਵੇਂ ਇਸ ਰਣਨੀਤੀ ਤੇ ਵੀ ਵਿਚਾਰ ਕਰ ਰਹੇ ਨੇ ਕਿ ਅਸੀਂ ਸਟੇਟ ਦੀਆਂ ਇਲੈਕਸ਼ਨਸ ਦੇ ਵਿੱਚ ਨਵੇਂ ਚਿਹਰੇ ਲੈ ਕੇ ਆਉਣੇ ਆ। ਔਰ ਸਿੱਧੂ ਕਾਂਗਰਸ ਲਈ ਕਾਫੀ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦੇ ਨੇ ਪੰਜਾਬ 'ਚ, ਕਿਉਂਕਿ ਸਿੱਧੂ ਮੁਕਾਬਲਾ ਕਰ ਸਕਦਾ ਹੈ। ਸਿੱਧੂ ਅਕਾਲੀ ਬੀਜੇਪੀ ਦਾ ਮੁਕਾਬਲਾ ਕਰ ਸਕਦਾ ਬੜੀ ਆਸਾਨੀ ਨਾਲ, ਹਰਾ ਦੂ ਲੱਗ ਰਿਹਾ ਅੱਜ ਦੇ ਸਮੇਂ 'ਚ। ਸਿੱਧੂ ਭਾਜਪਾ ਨੂੰ ਪੰਜਾਬ 'ਚ ਹਰਾਉਣ ਦਾ ਦਮ ਰੱਖਦਾ, ਹਰਾ ਦੂ ਅੱਜ ਦੇ ਸਮੇਂ 'ਚ, ਕਿਉਂਕਿ ਕਿਸਾਨ ਵੀ ਨਾਰਾਜ਼ ਨੇ ਅੱਜ ਦੇ ਸਮੇਂ 'ਚ ਬੀਜੇਪੀ ਤੋਂ। ਪੱਛਮੀ ਬੰਗਾਲ 'ਚ ਵੀ ਕਿਸਾਨ ਨਾਰਾਜ਼ ਸੀ, ਪੰਜਾਬ 'ਚ ਵੀ ਨਾਰਾਜ਼ ਨੇ। ਫਿਰ ਮਮਤਾ ਬਨਰਜੀ ਦੇ ਨਾਲ ਭਾਵੇਂ ਖੁੱਲ ਕੇ ਕਿਸਾਨਾਂ ਨੇ ਸਮਰਥਨ ਨਹੀਂ ਕੀਤਾ, ਕਿਸਾਨ ਮੋਰਚੇ ਨੇ, ਪਰ ਪੰਜਾਬ 'ਚ ਕਿਸਾਨ ਮੋਰਚਾ ਸਿੱਧੂ ਦਾ ਵਿਰੋਧ ਨਹੀਂ ਕਰੂਗਾ, ਕਿਉਂਕਿ ਸਿੱਧੂ ਹਮੇਸ਼ਾ ਕਿਸਾਨਾਂ ਦੇ ਹੱਕ ਦੀ ਗੱਲ ਕਰਦਾ ਰਿਹਾ। ਔਰ ਰਾਹੁਲ ਗਾਂਧੀ ਦੇ ਬੈਠੇ ਕਿਸਾਨਾਂ ਦੀ ਗੱਲ ਚੱਕਤੀ ਸੀ ਸਿੱਧੂ ਨੇ ਕਿ ਪੰਜਾਬ 'ਚ ਆਪਣੇ ਕਾਨੂੰਨ ਹੋਣੇ ਚਾਹੀਦੇ ਨੇ। ਸੋ ਇਸ ਕਰਕੇ ਪੰਜਾਬ 'ਚ ਅਗਰ ਕਾਂਗਰਸ ਸਿੱਧੂ ਨੂੰ ਚਿਹਰੇ ਦੇ ਤੌਰ ਤੇ ਅੱਗੇ ਲੈ ਕੇ ਆਊਗੀ, ਜਿਹਦੀ ਕਿ ਮੈਨੂੰ ਬਹੁਤ ਵੱਡੀ ਸੰਭਾਵਨਾ ਲੱਗਦੀ ਹੈ, ਉਹਦੇ ਨਾਲ ਕਾਂਗਰਸ ਦੀ ਤਾਕਤ ਇਸ ਰੂਪ 'ਚ ਵਿਕਸਿਤ ਹੋਊਗੀ ਕਿ ਪੰਜਾਬ 'ਚ ਕਾਂਗਰਸ ਦੁਬਾਰਾ ਆਪਣੀ ਸਰਕਾਰ ਬਣਾ ਸਕਦੀ ਹੈ। ਔਰ ਸਿੱਧੂ ਦੀ ਇੱਕ ਖਾਸੀਅਤ ਹੋਰ ਹੈ ਕਿ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਵੀ ਸੀ, ਨਵਜੋਤ ਸਿੰਘ ਸਿੱਧੂ ਨੇ ਸਟਾਰ ਪ੍ਰਚਾਰਕ ਦੇ ਤੌਰ ਤੇ ਵੱਡੀ ਭੂਮਿਕਾ ਅਦਾ ਕੀਤੀ। ਅਮਿਤ ਸ਼ਾਹ, ਨਰਿੰਦਰ ਮੋਦੀ, ਇਹਨਾਂ ਦੀਆਂ ਰੈਲੀਆਂ ਦੇ ਵਿੱਚ ਔਰ ਇਹਨਾਂ ਦੇ ਪੋਲੀਟੀਕਲ ਇਲਜ਼ਾਮਾਂ ਦਾ ਖੁੱਲ ਕੇ ਜਵਾਬ ਦਿੱਤਾ। ਪਰ ਜਦੋਂ ਪੰਜਾਬ 'ਚ ਆਉਣਗੇ ਤੇ ਨਵਜੋਤ ਸਿੰਘ ਸਿੱਧੂ ਕੋਲੇ ਬਾਬੇ ਦੀ ਮਿਹਰ ਵਾਲਾ ਇੱਕ ਆਸ਼ੀਰਵਾਦ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਧੂ ਨੇ ਖਲਵਾਇਆ। ਹੁਣ ਜਦੋਂ ਬੀਜੇਪੀ ਦੇ ਲੀਡਰ ਆਉਣਗੇ ਪੰਜਾਬ 'ਚ ਅਗਲੀਆਂ ਚੋਣਾਂ 'ਚ, ਬੀਜੇਪੀ ਦੇ ਲੀਡਰ ਕਹਿਣਗੇ ਲਾਂਘਾ ਅਸੀਂ ਖਲਵਾਇਆ, ਮੋਦੀ ਸਾਹਿਬ ਨੇ ਕੋਰੀਡੋਰ ਦਾ ਉਦਘਾਟਨ ਕੀਤਾ, ਗਵਰਨਮੈਂਟ ਟੂ ਗਵਰਨਮੈਂਟ ਗੱਲ ਹੋਈ, ਉਹਨਾਂ ਨੇ ਕਹਿਣਾ ਸਿੱਧੂ ਦਾ ਕੋਈ ਯੋਗਦਾਨ ਨਹੀਂ ਸੀ, ਬੀਜੇਪੀ ਵਾਲਿਆਂ ਨੇ ਕਹਿਣਾ। ਪਰ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਯੋਗਦਾਨ ਸੀਗਾ ਕਿਹਦਾ। ਹੁਣ ਬੀਜੇਪੀ ਨੂੰ ਇਹ ਰਣਨੀਤੀ ਬਹੁਤ ਧਿਆਨ ਨਾਲ ਕਰਨੀ ਪੈਣੀ। ਅਗਰ ਬੀਜੇਪੀ ਦੇ ਲੀਡਰ ਪੰਜਾਬ 'ਚ ਆ ਕੇ ਕਹਿਣਗੇ ਕਿ ਲਾਂਘਾ ਬੀਜੇਪੀ ਨੇ ਖੁਲਵਾਤਾ, ਲੋਕਾਂ ਨੂੰ ਯਤਨ ਕਿਹਦੇ ਸੀ,
ਜੇ ਹੁਣ ਜੀ ਕੈਪਟਨ ਅਮਰਿੰਦਰ ਕਹਿਣ ਵੀ ਲਾਂਘਾ ਸਾਡੀ ਸੂਬੇ ਸਰਕਾਰ ਕਰਕੇ ਖੁੱਲ ਗਿਆ ਤਾਂ ਵੀ ਲੋਕਾਂ ਨੂੰ, ਹੁਣ ਜੇ ਅਕਾਲੀ ਬੀਜੇਪੀ ਵਾਲੇ ਕਹਿਣਗੇ ਵੀ ਲਾਂਘਾ ਅਸੀਂ ਮਿਲ ਕੇ ਖੁਲਵਾਇਆ ਸੀ ਬੀਜੇਪੀ ਨਾਲ ਤਾਂ ਵੀ ਲੋਕਾਂ ਨੂੰ ਪਤਾ ਹੈ। ਸੋ ਇਸ ਜੀ ਕਰਕੇ ਬਾਬੇ ਨਾਨਕ ਦੇ ਉਸ ਦਰ ਦਾ ਜਿਹੜਾ ਲਾਂਘਾ ਖੁਲਵਾਤਾ ਸਿੱਧੂ ਨੇ, ਹੁਣ ਉਹ ਆਸ਼ੀਰਵਾਦ ਤਾਂ ਸਿੱਧੂ ਦੇ ਸਿਰ ਤੋਂ ਕੋਈ ਲੈ ਨਹੀਂ ਸਕਦਾ। ਹੁਣ ਜੀ ਉਸ ਆਸ਼ੀਰਵਾਦ ਦੇ ਬਦਲੇ ਚ ਕੀ ਕਰਨਗੀਆਂ ਪੋਲੀਟੀਕਲ ਪਾਰਟੀ। ਜੀ ਇਸ ਕਰਕੇ ਹਰ ਵਿਅਕਤੀ ਦਾ ਵਕਤ ਆਉਂਦਾ ਹੈ। ਦੇਖੋ ਇੱਕ ਵਕਤ ਸੀ ਕੈਪਟਨ ਅਮਰਿੰਦਰ ਦਾ ਵਕਤ ਹੈ, ਕੈਪਟਨ ਅਮਰਿੰਦਰ 2 ਵਾਰ ਮੁੱਖ ਮੰਤਰੀ ਰਹੇ। ਨਵਜੋਤ ਸਿੰਘ ਅਰਵਿੰਦ ਕੇਜਰੀਵਾਲ ਦਾ ਵਕਤ ਹੈ, ਤੀਜੀ ਵਾਰੀ ਮੁੱਖ ਮੰਤਰੀ ਬਣ ਗਿਆ। ਮਮਤਾ ਬਨਰਜੀ ਉਹਨਾਂ ਦਾ ਵਕਤ ਹੈ, ਉਹ ਤੀਜੀ ਵਾਰੀ ਮੁੱਖ ਮੰਤਰੀ ਬਣ ਗਏ। ਸਟਾਲਿਨ ਦਾ ਵਕਤ ਹੈ, ਉਹ ਮੁੱਖ ਮੰਤਰੀ ਬਣ ਗਿਆ ਪਹਿਲੀ ਵਾਰ, 10 ਸਾਲ ਵਿਰੋਧੀ ਧਿਰ ਚ ਰਿਹਾ। ਪ੍ਰਧਾਨ ਮੰਤਰੀ ਸਾਹਿਬ ਦਾ ਵਕਤ ਹੈ, ਗੁਜਰਾਤ ਚ 3 ਵਾਰੀ ਬਤੌਰ ਸੀਐਮ ਰਹੇ, ਚੌਥੀ ਵਾਰੀ ਸਟੇਟ ਦੀ ਪੋਲਿਟਿਕਸ ਚੌਥੀ ਵਾਰੀ ਵੀ 3 ਵਾਰ ਸੀਐਮ ਰਹੇ, ਔਰ ਉਸ ਤੋਂ ਬਾਅਦ ਆਗੇ ਪੋਲਿਟਿਕਸ ਚ ਨੈਸ਼ਨਲ ਜਿਹੜਾ ਬਣਾਤਾ ਪ੍ਰਧਾਨ ਮੰਤਰੀ ਦਾ, ਔਰ ਦੂਜੀ ਵਾਰੀ ਪ੍ਰਧਾਨ ਮੰਤਰੀ। ਤੇ ਸਿੱਧੂ ਵਕਤ ਦਾ ਇੰਤਜ਼ਾਰ ਕਰ ਰਿਹਾ, ਪਰ ਉਹਦਾ ਵਕਤ ਲੋਕਾਂ ਦੀ ਜ਼ੁਬਾਨ ਤੇ ਆ ਗਿਆ। ਔਰ ਡੈਮੋਕ੍ਰੇਸੀ ਚ ਜਿਹਦਾ ਨਾਮ ਲੋਕ ਲੈਣ ਲੱਗ ਜਾਣ, ਮੋਦੀ ਹੁੰਦੀ ਸੀ ਨਾ ਜੀ ਪਿਛਲੀਆਂ ਚੋਣਾਂ ਚ ਦੇਸ਼ ਚ, ਜੀ ਬਿਲਕੁਲ ਪਹਿਲੀਆਂ ਚ ਵੀ ਹੁੰਦੀ ਸੀ ਮੋਦੀ ਆ ਗਿਆ, ਤੇ ਹੁਣ ਪੰਜਾਬ ਚ ਸਿੱਧੂ ਹੋ ਰਹੀ ਹੈ, ਸੁਣ ਰਹੀ ਹੈ ਸਾਰਿਆਂ ਨੂੰ। ਅਗਰ ਮੋਦੀ ਹੋ ਰਹੀ ਸੀ, ਮੋਦੀ ਆ ਗਿਆ, ਤੇ ਸਿੱਧੂ ਹੋਣ ਤੋਂ ਬਾਅਦ ਸਿੱਧੂ ਵੀ ਆਊਗਾ ਮੈਨੂੰ ਲੱਗਦਾ, ਕਿਉਂਕਿ ਜੋ ਮੈਂ ਤਜਰਬੇ ਨਾਲ ਗੱਲ ਕਰ ਰਿਹਾ, ਮੈਂ ਕਿਸੇ ਵੀ ਪੋਲੀਟੀਕਲ ਵਹਾਅ ਚ ਨਹੀਂ ਹੈਗਾ ਇਸ ਵਕਤ, ਨਾ ਹੀ ਮੈਂ ਸਪੋਕਸ ਪਰਸਨ ਆ ਨਵਜੋਤ ਸਿੰਘ ਸਿੱਧੂ ਦਾ। ਮੈਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਮੇਰਾ ਖਿਆਲ ਇੱਕ ਅੱਧੀ ਵਾਰੀ ਕੋਈ ਪ੍ਰੈਸ ਕਾਨਫਰੰਸ ਹੀ ਮਿਲਿਆ, ਪਰ ਗੱਲ ਕਹਿੰਦੇ ਆ ਨਾ, ਕੰਧ ਤੇ ਲਿਖਿਆ ਪੜ੍ਹਨਾ ਚਾਹੀਦਾ। ਸੋ ਜਦੋਂ ਮੈਂ ਕਈ ਵਾਰੀ ਸੁਖਬੀਰ ਜੀ ਬੱਸ 'ਚ ਬਹਿ ਕੇ ਚਲਿਆ ਜਾਂਦਾ ਚੰਡੀਗੜ੍ਹ ਰੋਡਵੇਜ਼ ਵਾਲੀ 'ਚ, ਟਿਕਟ ਲਈਦੀ ਆ ਰੋਡਵੇਜ਼ ਦੀ ਬੱਸ 'ਚ ਬਹਿ ਜਾਈਦਾ, ਤੇ ਜਿਹੜੇ ਸਿਆਣੀ ਉਮਰ ਦੇ ਲੋਕ ਨੇ ਜਾਂ ਸਰਕਾਰੀ ਅਫਸਰ ਨੇ, ਮੁਲਾਜ਼ਮ ਨੇ, ਉਹ ਆਪ ਮੁਹਾਰੇ ਸਿਆਸਤ ਦੀਆਂ ਗੱਲਾਂ ਸ਼ੁਰੂ ਕਰ ਲੈਂਦੇ ਨੇ, ਕਿਉਂਕਿ ਕਿਸੇ ਨਾ ਕਿਸੇ ਦੇ ਹੱਥ 'ਚ ਅਖਬਾਰ ਹੁੰਦਾ। ਅੱਜ ਕੱਲ੍ਹ ਆ ਮੋਬਾਈਲ ਤੇ ਲੋਕ ਜਿਵੇਂ ਆਪਣਾ ਪ੍ਰੋਗਰਾਮ ਦੇਖਦੇ ਨੇ, ਲੋਕ ਕੋਈ ਨਾ ਕੋਈ ਲਾਈ ਰੱਖਦਾ, ਤੇ ਕਈ ਵਾਰੀ ਨੀਂਦ ਪੈਂਦੀ ਹੈ ਤੇ ਉਹ ਸਿੱਧੂ ਦੀ ਵੀਡੀਓ ਚੱਲਦੀ ਹੁੰਦੀ, ਅਖਬਾਰ 'ਚ ਸਿੱਧੂ ਦੀ ਖਬਰ ਛਪੀ ਹੁੰਦੀ, ਤੇ ਲੋਕ ਉਹਦੇ ਤੇ ਚਰਚਾ ਸ਼ੁਰੂ ਕਰ ਦਿੰਦੇ ਬੱਸ 'ਚ। ਮੈਂ ਚੁੱਪ ਕਰਕੇ ਸੁਣਦਾ ਰਹਿੰਦਾ, ਕਿਉਂਕਿ ਮੈਨੂੰ ਕਿਹੜਾ ਕੋਈ ਜਾਣਦਾ। ਉੱਥੇ ਲੋਕ ਸ਼ੁਰੂ ਹੋ ਜਾਂਦੇ ਵੀ, ਮੈਂ ਉੱਥੋਂ ਓਪੀਨੀਅਨ ਕਲੈਕਟ ਕਰਦਾ ਕਿ ਪਬਲਿਕ, ਆਮ ਲੋਕਾਂ ਦਾ ਓਪੀਨੀਅਨ ਕੀ ਹੈ ਪੰਜਾਬ ਦੀ ਸਿਆਸਤ ਨੂੰ ਲੈ ਕੇ। ਮੋਦੀ ਸਾਹਿਬ ਬਾਰੇ ਕਿੰਨਾ ਸਤਿਕਾਰ ਹੈ ਲੋਕਾਂ 'ਚ, ਬੱਸ 'ਚ ਉਹ ਵੀ ਪਤਾ ਲੱਗ ਜਾਂਦਾ। ਦੇਖੋ ਮੋਦੀ ਸਾਹਿਬ ਵੀ ਕਿੱਡੇ ਕਾਬਿਲ ਪ੍ਰਧਾਨ ਮੰਤਰੀ ਨੇ, ਦੂਜੀ ਵਾਰੀ ਪ੍ਰਧਾਨ ਮੰਤਰੀ ਬਣੇ, ਪਾਕਿਸਤਾਨ ਨੂੰ ਡਰਾ ਕੇ ਰੱਖਿਆ। ਕੋਵਿਡ 'ਚ ਕਮੀਆਂ ਰਹੀਆਂ ਕੇਜਰੀਵਾਲ ਦੀਆਂ ਵੀ ਔਰ ਮੋਦੀ ਸਾਹਿਬ ਦੀਆਂ ਵੀ, ਪਰ ਉਸ ਤੋਂ ਇਲਾਵਾ ਨਰਿੰਦਰ ਮੋਦੀ ਉਹਨਾਂ ਨੇ ਕਾਫੀ ਕੁਝ ਚੰਗਾ ਕੀਤਾ ਮੁਲਕ ਦੀ। ਦੇਖੋ ਹੁਣ ਦੁਨੀਆ ਭਰ 'ਚ ਹਿੰਦੁਸਤਾਨ ਦੀ ਕਿੱਡੀ ਚੜ੍ਹਾਈ ਸੀ, ਮੋਦੀ ਸਾਹਿਬ ਕੋਵਿਡ ਕਰਕੇ ਥੋੜੀਆਂ ਜਿਹੀਆਂ ਸਥਿਤੀਆਂ ਸਾਨੂੰ ਖਰਾਬ ਹੋਈਆਂ ਨੇ। ਇਸੇ ਤਰ੍ਹਾਂ ਸਿੱਧੂ ਬਾਰੇ ਚਰਚਾ ਹੁੰਦੀ ਹੈ ਬੱਸਾਂ 'ਚ, 4 ਬੰਦੇ ਕਹਿੰਦੇ ਸਿੱਧੂ ਆਉਣਾ ਚਾਹੀਦਾ, ਇੱਕ ਕਹਿੰਦੇ ਨਹੀਂ ਆਉਣਾ ਚਾਹੀਦਾ, ਫਿਰ ਉਹ 4 ਉਸ 5ਵੇਂ ਦੇ ਨਾਲ ਫਿਰ ਆਪਸ 'ਚ ਤਰਕ ਕਰਦੇ ਆ ਬੱਸ 'ਚ ਬਹਿ ਕੇ। ਜਦ ਨੂੰ ਕਿਸੇ ਦਾ ਆ ਜਾਂਦਾ, ਕੋਈ ਵਿਅਕਤੀ ਉੱਤਰ ਜਾਂਦਾ, ਪਰ ਇਹ ਸਿਲਸਿਲਾ ਚੱਲਦਾ ਰਹਿੰਦਾ। ਇਹ ਲੋਕਾਂ ਦੀ ਆਵਾਜ਼ ਇਸ ਤਰ੍ਹਾਂ ਪਤਾ ਲੱਗਦਾ ਵੀ ਲੋਕ ਕੀ ਚਾਹੁੰਦੇ ਨੇ, ਕੀ ਸੋਚਦੇ ਨੇ। ਪਬਲਿਕ ਓਪੀਨੀਅਨ ਦਾ ਪਤਾ ਚੱਲ ਜਾਂਦਾ ਜੀ। ਪਿੱਪਲਾਂ ਥੱਲੇ ਆਪਣੇ ਬਜ਼ੁਰਗ ਬੈਠੇ ਹੁੰਦੇ, ਸ਼ਾਮ ਨੂੰ ਆਰਾਮ ਕਰਦੇ ਬਜ਼ੁਰਗ, ਉਹਨਾਂ ਨਾਲ ਗੱਲ ਕਰ ਲਓ, 80 ਸਾਲ ਦੇ ਬਜ਼ੁਰਗ ਵੀ ਸਿੱਧੂ ਕਰਦੇ। ਜਿਵੇਂ ਬਰਨਾਲੇ 'ਚ ਭਗਵੰਤ ਮਾਨ ਕਰਦੇ ਸੀ ਚੋਣਾਂ 'ਚ ਬਜ਼ੁਰਗ, ਪੰਜਾਬ ਦੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਹ ਸਿੱਧੂ ਕਰਦੇ ਨੇ। ਇਹੀ ਜ਼ਮੀਨੀ ਵਹਾਅ ਹੈ, ਇਹੀ ਜ਼ਮੀਨੀ ਵੇਵ ਹੈ। ਸੋ ਕਿਸੇ ਹੋਰ ਮੁੱਖ ਮੰਤਰੀ ਦੀਆਂ ਅਗਰ ਇਸ ਤਰੀਕੇ ਨਾਲ ਗੱਲਾਂ ਹੋਣਗੀਆਂ, ਜਦੋਂ ਵੀ ਹੋਣਗੀਆਂ ਕਿਸੇ ਹੋਰ ਲੀਡਰ ਦੀਆਂ, ਮੈਂ ਉਹ ਵੀ ਜ਼ਰੂਰ ਕਰੂੰਗਾ। ਮੈਨੂੰ ਕਿਸੇ ਨਾਲ ਭੇਦਭਾਵ ਨਹੀਂ ਜੀ। ਬਿਲਕੁਲ, ਤੇ ਪੰਜਾਬ ਦੇ ਲੋਕ ਜਾਗਰੂਕ ਨੇ, ਬਿਲਕੁਲ ਉਹਨਾਂ ਨੂੰ ਦਿਖਦਾ ਹੈ ਕਿ ਕਿਹੜਾ ਲੀਡਰ ਕੀ ਕੁਝ ਕਰ ਰਿਹਾ ਹੈ ਤੇ ਕਿਹੜਾ ਸਿਰਫ ਕਾਗਜ਼ੀ ਤੌਰ ਤੇ ਆਪਣਾ ਨਾਮ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਹਰਹਾਲ ਸਿੱਧੂ ਇੱਕ ਵੱਡਾ ਚਿਹਰਾ ਹੈ ਪੰਜਾਬ 'ਚ ਆਉਣ ਵਾਲੇ ਇਲੈਕਸ਼ਨਸ 'ਚ, ਔਰ ਜਿੱਦਾਂ ਹੁਣੇ ਤਾਜੀ ਬੀਜੇਪੀ ਹਾਰੀ ਹੈ ਬੰਗਾਲ ਦੇ ਨਾਲ ਕਈ ਹੋਰ ਸਟੇਟਸ, ਤੇ ਕੀ ਸਿੱਖ ਤੁਹਾਨੂੰ ਲੱਗਦਾ ਕਿ ਸਿੱਖਿਆ ਬੀਜੇਪੀ ਨੂੰ ਲੈਣੀ ਚਾਹੀਦੀ ਹੈ? ਨਹੀਂ, ਦੇਖੋ ਬੀਜੇਪੀ ਨੂੰ ਸਭ ਤੋਂ ਪਹਿਲਾਂ ਤਾਂ ਬੀਜੇਪੀ ਨੂੰ ਪਰਹੇਜ਼ ਕਰਨਾ ਚਾਹੀਦਾ ਕਿ ਦੂਜੀਆਂ ਪਾਰਟੀਆਂ ਦੇ ਲੀਡਰ ਨਾਲ ਲਈਏ। ਦੇਖੋ ਹੁਣ ਪੰਜਾਬ 'ਚ ਬੀਜੇਪੀ ਨੇ 117 ਸੀਟਾਂ ਦੀ ਚੋਣ ਲੜਨੀ ਹੈ ਜੀ। ਤੁਸੀਂ ਦੱਸੋ ਸੁਖਬੀਰ ਜੀ, ਤੁਸੀਂ ਇੰਨੇ ਸੀਨੀਅਰ ਜਰਨਲਿਸਟ ਹੋ, ਕਿ ਪੰਜਾਬ 'ਚ ਬੀਜੇਪੀ ਕੋਲੇ 117 ਚਿਹਰੇ ਹੈਗੇ ਨੇ ਜਿਹੜੇ ਜਿੱਤ ਸਕਣ? ਆਮ ਆਦਮੀ ਪਾਰਟੀ ਕੋਲੇ ਵੀ ਨਹੀਂ ਹੈਗੇ ਜੀ। ਹੁਣ ਕੀ ਕਰਨਾ ਇਹਨਾਂ ਪਾਰਟੀਆਂ ਨੇ? ਆਮ ਆਦਮੀ ਪਾਰਟੀ ਨੇ ਦੂਸਰੀਆਂ ਪਾਰਟੀਆਂ 'ਚ ਉਮੀਦਵਾਰ ਚੱਕਣੇ ਆ, ਕਈ ਕਾਂਗਰਸ ਵਾਲੇ ਆਪ 'ਚ ਛਾਲ ਮਾਰਨਗੇ, ਕਈ ਅਕਾਲੀ ਮਾਰਨਗੇ, ਕਈ ਟਕਸਾਲੀ ਮਾਰਨਗੇ, ਕਈ ਤੀਜਾ ਫਰੰਟ, ਚੌਥਾ ਫਰੰਟ, ਪੰਜਵਾਂ ਫਰੰਟ, 6ਵਾਂ ਫਰੰਟ, ਕੋਈ ਪੀਡੀਏ, ਕੋਈ ਸੀਡੀਏ,
ਇਹ ਸਾਰਿਆਂ ਨੇ ਹੁਣ ਛਾਲਾਂ ਮਾਰਨੀਆਂ, ਕਿਸੇ ਨੇ ਆਪ ਚ ਮਾਰਨੀਆਂ। ਤੇ ਜੇ ਕਾਂਗਰਸ ਨੇ ਸਿੱਧੂ ਨੂੰ ਚਿਹਰਾ ਬਣਾਤਾ ਪੰਜਾਬ ਲਈ, ਤੇ ਜਿੰਨੀਆਂ ਛਾਲਾਂ ਦੂਜੀਆਂ ਪਾਰਟੀਆਂ 'ਚ ਵੱਜੀਆਂ ਹੋਣੀਆਂ ਉਹ ਸਾਰੀਆਂ ਛਾਲਾਂ ਵਾਪਸ ਫਿਰ ਕਾਂਗਰਸ 'ਚ ਮਾਰਨਗੇ। ਇਹ ਕੰਮ ਹੋਣਾ ਪੰਜਾਬ 'ਚ। ਅਗਰ ਕਾਂਗਰਸ ਨੇ ਸਿੱਧੂ ਨੂੰ ਚਿਹਰਾ ਬਣਾਤਾ ਮੁੱਖ ਮੰਤਰੀ ਦਾ, ਤੇ ਸਭ ਤੋਂ ਪਹਿਲਾਂ ਬੈਂਸਾ ਨੇ ਸਿੱਧੂ ਕੋਲੇ ਚਲੇ ਜਾਣਾ ਵੀ ਅਸੀਂ ਸਮਰਥਨ ਕਰਦੇ ਹਾਂ ਸਿੱਧੂ ਦਾ। ਜਾ ਸਕਦੇ ਆ ਬੈਂਸ, ਮੈਨੂੰ ਲੱਗਦਾ ਅੱਜ ਕੱਲ ਸ਼ਾਂਤ ਨੇ, ਉਹ ਵੀ ਤਕੜੇ ਨੇ। ਚਲੋ ਉਹਨਾਂ ਦੀਆਂ ਚਰਚਾਵਾਂ ਬੜੀਆਂ ਚੱਲ ਰਹੀਆਂ ਅੱਜ ਕੱਲ ਕਿ ਕਾਂਗਰਸ ਨਾਲ ਜਾ ਸਕਦੇ ਨੇ। ਚਲੋ ਅਗਰ ਸਿੱਧੂ ਨਾਲ ਜਾਂਦੇ ਨੇ ਤਾਂ ਚੰਗੀ ਗੱਲ ਹੈ। ਹੁਣ ਇਸੇ ਤਰ੍ਹਾਂ ਕਈ ਅਕਾਲੀਆਂ ਨੇ ਚਲੇ ਜਾਣਾ ਛੱਡ ਕੇ, ਕਈ ਬੀਜੇਪੀ ਵਾਲਿਆਂ ਨੇ ਚਲੇ ਜਾਣਾ। ਹੁਣ ਜਿਸ ਦਿਨ ਅਮਿਤ ਸ਼ਾਹ ਪੰਜਾਬ ਆ ਗਏ, ਜਿਸ ਦਿਨ ਅਮਿਤ ਸ਼ਾਹ ਨੇ ਪੰਜਾਬ 'ਚ ਆ ਕੇ ਮੱਥਾ ਟੇਕਤਾ, ਜਿਸ ਦਿਨ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆ ਗਏ, ਆ ਕਈ ਕਾਂਗਰਸੀ ਝੜ ਕੇ ਬੀਜੇਪੀ ਚਲੇ ਜਾਣੇ, ਕਈ ਕਾਂਗਰਸੀ ਬੀਜੇਪੀ ਚਲੇ ਜਾਣੇ, ਕਈ ਆਪ ਵਾਲੇ ਵੀ ਚਲੇ ਜਾਣੇ ਬੀਜੇਪੀ 'ਚ ਕਿ ਸਾਨੂੰ ਬੀਜੇਪੀ ਮਾਫਕ ਹੈ ਜੀ। ਪਰ ਪੰਜਾਬ 'ਚ ਉਹ ਸਥਿਤੀਆਂ ਨਹੀਂ ਬੀਜੇਪੀ ਲਈ ਹਾਲ ਦੀ ਘੜੀ। ਕਿਉਂ? ਕਿਉਂਕਿ ਕਿਸਾਨਾਂ ਦੇ ਨਾਲ ਬੀਜੇਪੀ ਨੇ ਮਸਲਾ ਨਿਬੇੜਿਆ ਨਹੀਂ। ਅਗਰ ਬੀਜੇਪੀ ਕਿਸਾਨਾਂ ਨਾਲ ਮਸਲਾ ਨਿਬੇੜ ਲੂ ਤਾਂ ਫਾਇਦੇ 'ਚ ਰਹੂ। ਅਗਰ ਬੀਜੇਪੀ ਕਿਸਾਨਾਂ ਨਾਲ ਮਸਲਾ ਨਹੀਂ ਨਿਬੇੜੂ ਤੇ ਮੈਨੂੰ ਲੱਗਦਾ ਹੈ ਬੀਜੇਪੀ ਨੂੰ ਪੰਜਾਬ 'ਚ ਉਹ ਸਫਲਤਾ ਮਿਲਣੀ ਨਹੀਂ ਜੋ ਬੀਜੇਪੀ ਦੇ ਲੀਡਰ ਸੋਚ ਰਹੇ ਨੇ। ਬੀਜੇਪੀ ਦੇ ਲੀਡਰ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਸੀ। 3 ਕਾਨੂੰਨਾਂ ਤੋਂ ਪਹਿਲਾਂ ਬੀਜੇਪੀ ਦੀ ਪੰਜਾਬ 'ਚ ਹਵਾ ਸੀ, ਬਹੁਤ ਚੰਗੀ ਹਵਾ ਸੀ। ਸੁਖਬੀਰ ਜੀ, ਪੰਜਾਬ ਦੇ ਲੋਕ ਪ੍ਰਧਾਨ ਮੰਤਰੀ ਸਾਹਿਬ ਦੀ ਵੀ ਬਹੁਤ ਇੱਜ਼ਤ ਕਰਦੇ ਨੇ, ਵਾਜਪਾਈ ਸਾਹਿਬ ਦੀ ਵੀ ਬਹੁਤ ਇੱਜ਼ਤ ਕਰਦੇ ਸੀ, ਮੋਦੀ ਸਾਹਿਬ ਦੀ ਵੀ ਕਰਦੇ ਨੇ। ਪਰ ਆ ਕਿਸਾਨ ਕਾਨੂੰਨਾਂ ਕਰਕੇ, ਖੇਤੀ ਕਾਨੂੰਨਾਂ ਕਰਕੇ ਬੀਜੇਪੀ ਦੀ ਸਥਿਤੀ ਕਮਜ਼ੋਰ ਹੋ ਗਈ ਬਹੁਤ ਜ਼ਿਆਦਾ। ਇਸ ਕਰਕੇ ਜਿਹੜੀਆਂ ਹੁਣ ਚੋਣਾਂ ਹੋਣ ਵਾਲੀਆਂ ਨੇ ਉਹਨਾਂ ਦੇ ਵਿੱਚ ਜਿੱਧਰ ਸਿੱਧੂ ਆ ਗਿਆ ਉਧਰ ਬੜਾ ਦਿਲਚਸਪ ਮੁਕਾਬਲਾ ਰਹਿਣਾ ਪੰਜਾਬ 'ਚ। ਸੋ ਇਸ ਕਰਕੇ ਮੈਂ ਕਹਿਣਾ ਕਿ ਬੀਜੇਪੀ ਨੂੰ ਇਸ ਵਕਤ ਕੀ ਕਰਨਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੇ ਨਾਲ ਮਸਲਾ ਨਿਬੇੜੇ। ਕਿਸਾਨਾਂ ਨਾਲ ਮਸਲਾ ਨਹੀਂ ਨਿਬੜਦਾ ਤੇ ਬੀਜੇਪੀ ਅਗਰ ਕਾਨੂੰਨ ਰੱਦ ਕਰ ਦੇ ਤੇ ਕਿਸਾਨਾਂ ਨੂੰ ਨਾਲ ਲੈ ਕੇ ਨਵੇਂ ਸਿਰੇ ਤੋਂ ਕਾਨੂੰਨ ਬਣਾ ਲੇ ਬੀਜੇਪੀ। ਉਹਦੇ 'ਚ ਕਿਸਾਨੀ ਦਾ ਭਲਾ ਹੈ, ਉਹਦੇ ਵਿੱਚ ਬੀਜੇਪੀ ਦਾ ਭਲਾ ਹੈ, ਉਹਦੇ 'ਚ ਸਿਆਸਤ ਦਾ ਭਲਾ ਹੈ। ਕਿਉਂਕਿ ਅਗਰ ਇਹ ਮਸਲੇ ਨਹੀਂ ਨਿਬੜਨਗੇ ਕਿਸਾਨਾਂ ਨਾਲ ਤੇ ਕੋਵਿਡ ਵੀ ਬਹੁਤ ਜ਼ਿਆਦਾ ਖਤਰਨਾਕ ਸਥਿਤੀਆਂ 'ਚ ਹੈ। ਸੋ ਇਸ ਕਰਕੇ ਇਹ ਸਥਿਤੀਆਂ ਸੰਭਾਲਣ ਦੀ ਲੋੜ ਹੈ, ਇਹ ਸਥਿਤੀਆਂ ਸੰਭਾਲਣ ਦੀ ਲੋੜ ਹੈ। ਜੀ ਬਿਲਕੁਲ, ਮੈਨੂੰ ਵੀ ਲੱਗਦਾ ਹੈ ਕਿਤੇ ਨਾ ਕਿਤੇ ਬੀਜੇਪੀ ਨੇ ਬਿਲਕੁਲ ਮਾਸਟਰ ਸਟ੍ਰੋਕ ਦੇ ਤੌਰ ਤੇ ਕਿਸਾਨੀ ਜਿਹੜੇ ਕਾਨੂੰਨ ਨੇ ਉਹ ਸੰਭਾਲ ਕੇ ਰੱਖੇ ਹੋਏ ਆ। ਤਾਂ ਹੀ ਇਹਦੇ ਤੇ ਕੋਈ ਹਜੇ ਨਾ ਮੀਟਿੰਗ ਹੋ ਰਹੀ ਹੈ ਤੇ ਨਾ ਹੀ ਕੋਈ ਹੋਰ ਇਹਦੇ ਤੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਮੇਬੀ ਇਲੈਕਸ਼ਨ ਦੇ ਨੇੜੇ ਤੇੜੇ ਆ ਕੇ ਪੰਜਾਬੀਆਂ ਨੂੰ ਖੁਸ਼ ਕਰਨ ਦੇ ਵਾਸਤੇ ਇਹ ਕਾਨੂੰਨ ਵਾਪਸ ਪਾਰਟੀ ਲੈ ਸਕਦੀ ਹੈ ਤਾਂ ਕਿ ਪਾਰਟੀ ਦੀ ਸਾਖ ਵੀ ਬਣੀ ਰਹੇ ਤੇ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਟੱਲਾ ਜੀ ਬਹੁਤ ਬਹੁਤ ਸ਼ੁਕਰੀਆ। ਹਾਂਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਮੈਂ ਅਖੀਰ 'ਚ ਇਹ ਕਹੂੰਗਾ, ਤੁਸੀਂ ਬਹੁਤ ਵੱਡੀ ਗੱਲ ਕਹੀ ਕਿ ਹੋ ਸਕਦਾ ਬੀਜੇਪੀ ਚੋਣਾਂ ਦੇ ਨੇੜੇ ਆ ਕੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰ ਦੇ। ਪਰ ਸਾਡੀ ਬੇਨਤੀ ਇਹ ਹੈ, ਮੇਰੀ ਬੇਨਤੀ ਬਤੌਰ ਪੰਜਾਬੀ ਇਹ ਹੈ ਕਿ ਅਗਰ ਬੀਜੇਪੀ ਚੋਣਾਂ ਦੇ ਨੇੜੇ ਆ ਕੇ ਕਾਨੂੰਨ ਰੱਦ ਕਰਨਾ ਚਾਹੁੰਦੀ ਹੈ ਤੇ ਹੁਣੀ ਕਰ ਦੇ। ਕਿਉਂਕਿ ਬਹੁਤ ਨੇੜੇ ਆ ਕੇ ਕਾਨੂੰਨ ਰੱਦ ਕਰਨ ਨਾਲ ਕਈ ਵਾਰੀ ਨੁਕਸਾਨ ਹੋ ਜਾਂਦਾ। ਮੈਂ ਸੁਖਬੀਰ ਜੀ, ਕਈ ਵਾਰੀ ਮੈਂ ਅਜਿਹੇ ਵਿਦਿਆਰਥੀਆਂ ਨੂੰ ਜਾਣਦਾ ਜਿਹੜੇ ਇਮਤਿਹਾਨਾਂ ਤੋਂ 5-7 ਦਿਨ ਪਹਿਲਾਂ ਹੀ ਪੜ੍ਹਦੇ ਸੀ। ਉਹਨਾਂ ਚੋਂ ਕਈ ਤਾਂ ਪਾਸ ਹੋ ਜਾਂਦੇ ਸੀ ਪਰ ਜ਼ਿਆਦਾਤਰ ਫੇਲ ਹੋ ਜਾਂਦੇ ਸੀ। ਸੋ ਵਕਤ ਰਹਿੰਦੇ ਡਿਸੀਜਨ ਲੈਣਾ ਚਾਹੀਦਾ। ਜੀ ਬਿਲਕੁਲ, ਵਕਤ ਰਹਿੰਦੇ ਡਿਸੀਜਨ ਲੈ ਲੈਣਾ ਚਾਹੀਦਾ ਆ ਔਰ ਇਹੀ ਸਿੱਖਿਆ ਲੈਣੀ ਚਾਹੀਦੀ ਕਿਉਂਕਿ ਹਾਲ ਦੀ ਘੜੀ ਜੇ ਪਾਰਟੀ ਦੀ ਸਾਖ ਬਚਾਉਣੀ ਹੈ ਪੰਜਾਬ 'ਚ ਸਪੈਸ਼ਲੀ ਤੇ ਇਹ ਇੱਕ ਬਹੁਤ ਵੱਡਾ ਡਿਸੀਜਨ ਹੋਏਗਾ ਬੀਜੇਪੀ ਦਾ। ਔਰ ਯਕੀਨੀ ਤੌਰ ਤੇ ਮੈਂ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਅਸੀਂ ਬੀਜੇਪੀ ਨੂੰ ਵੋਟ ਕਰਕੇ ਜਿਤਾਇਆ ਸੀ, ਮੋਦੀ ਜੀ ਨੂੰ ਜਿਤਾਇਆ ਸੀਗਾ ਤੇ ਜੇ ਹੁਣ ਉਹ ਕਾਲੇ ਕਾਨੂੰਨ ਵਾਪਸ ਲੈ ਲੈਂਦੇ ਨੇ, ਅਸੀਂ ਦੁਬਾਰਾ ਵੀ ਮੋਦੀ ਜੀ ਨੂੰ ਵੋਟ ਕਰਨ ਲਈ ਰਾਜ਼ੀ ਹਾਂ, ਬਸ ਉਹ ਇਹ ਕਾਲੇ ਕਾਨੂੰਨ ਵਾਪਸ ਲੈ ਲੈਣ। ਤੇ ਦੇਖਦੇ ਹਾਂ ਪਾਰਟੀ ਕਿਸ ਤਰ੍ਹਾਂ ਇਸ ਕਾਲੇ ਕਾਨੂੰਨਾਂ ਤੇ ਵਿਚਾਰ ਕਰਦੀ ਹੈ ਕਿਉਂਕਿ ਇਲੈਕਸ਼ਨ ਬਹੁਤ ਜ਼ਿਆਦਾ ਦੂਰ ਨਹੀਂ ਰਹਿ ਗਏ। ਟੱਲਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ।